10ਵੀਂ ਪਾਤਸ਼ਾਹੀ ਵੇਲੇ ਗੂੜੇ रंग का भी नीले रंग का तो जिहदे विच ला लीए कि सुनहरी रंग के हुंदे सी तलवार ढाल ते अपना जिहड़ा कह दईए कटार भी उस चीज़ ਨੂੰ हटा के इन्होंने नवां निशान साहब बनाता ਤੇ ਉਹਨੂੰ ਲਿਆਏ ਵੀ ਕੇਸਰੀ ਰੰਗ ਦੇ ਵਿੱਚ ਤੇ ਅੱਜ ਉਹ ਕੇਸਰੀ ਰੰਗ ਨੂੰ ਭਗਵਾਂਕਰਨ ਕਰ ਰਿਹਾ ਕਿ ਕੇਸਰੀ ਰੰਗ ਹੀ ਸਾਡਾ ਹੈਗਾ ਤੇ ਹੌਲੀ ਹੌਲੀ ਕੇਸਰੀ ਨੂੰ ਥੋੜਾ ਜਿਹਾ ਡਾਰਕ ਕਰ ਦੋ ਤਾਂ ਭਗਵਾਨ ਦਿਖਦਾ ਜੀ। ਜਦੋਂ ਪੰਜਾਬੀ ਸੂਬਾ ਮੰਗਿਆ 1955 ਦੇ ਵਿੱਚ ਉਦੋਂ ਗੋਲੀਆਂ ਮਿਲੀਆਂ ਪੰਜਾਬੀ ਸੂਬਾ ਕਹਿਣ ਦੇ ਉੱਤੇ ਬੱਚਿਆਂ ਤੱਕ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਫਿਰ ਉਹੀ ਗੱਲ ਬਾਅਦ ਚ ਹੋਈ ਆ 1978 ਵੇਲੇ ਵੀ ਕੀ ਕੀਤਾ 82 83 84 ਵੇਲੇ ਫਿਰ ਉਸ ਤੋਂ ਬਾਅਦ ਲਾ ਲਈਏ ਕਿ ਕਹਿ ਦਈਏ 92 ਤੱਕ ਸਾਰਾ ਸਿਲਸਿਲਾ ਚੱਲਦਾ ਰਿਹਾ ਵੀ ਆਪਰੇਸ਼ਨ ਬਲੈਕ ਥੰਡਰ 1 ਬਲੈਕ ਥੰਡਰ 2 ਫਿਰ ਆਪਰੇਸ਼ਨ ਰੋਜ਼ਵੁੱਡ ਚੱਲਿਆ ਹੋਰ ਚੱਲਿਆ ਵੀ ਇਦਾਂ ਦੀ ਚੀਜ਼ਾਂ ਕਰਕੇ ਸਿੱਖ ਨਸਲਕੁਸ਼ੀ ਹੁੰਦੀ ਰਹੀ ਹੈ। ਇੰਨਾ ਜ਼ਿਆਦਾ ਕਤਲੇਆਮ ਹੋਇਆ ਸਿੱਖਾਂ ਦਾ ਸਾਡੀ ਤਾਂ ਆਬਾਦੀ ਘਟਾ ਕੇ ਇਹਨਾਂ ਨੇ ਮਾਰ ਹੀ ਦਿੱਤਾ ਇੱਕ ਤਰ੍ਹਾਂ ਨਾਲ ਤੇ ਸਾਨੂੰ ਆਬਾਦੀ ਵਧਾਉਣ ਦੀ ਲੋੜ ਹੈਗੀ ਹੈ। ਸਿਰਫ ਸਾਨੂੰ ਇਹ ਨਹੀਂ ਕਿ ਅਸੀਂ ਸਿਰਫ 4-5 ਹੋਈਏ ਵੀ ਸਾਨੂੰ ਚਾਹੀਦਾ ਕਿ 5 6 7 ਜਿੰਨੇ ਵੀ ਜੰਮ ਸਕਦੇ ਅਸੀਂ ਬੱਚੇ ਉਹਨੇ ਜੰਮੀਏ ਵੀ ਜ਼ਹਿਰ ਨੂੰ ਜ਼ਹਿਰ ਕੱਟਦਾ ਹੈਗਾ ਲੋਹੇ ਨੂੰ ਲੋਹਾ ਕੱਟਦਾ ਹੈਗਾ। ਉਵੇਂ ਹੀ ਜਿਹੜੇ ਮੁੰਡੇ ਚਿੱਟਾ ਲਾਉਣ ਲੱਗ ਪਏ ਜਾਂ ਜਿਹੜੇ ਇੰਜੈਕਸ਼ਨ ਲਾਉਣ ਲੱਗ ਪਏ ਉਹਨਾਂ ਨੂੰ ਕਹਿ ਦਈਏ ਕਿ ਵੀ ਮਾਈਨਰ ਜਿਵੇਂ ਕਹਿ ਦਈਏ ਕਿ OPM ਵੀ ਅਫੀਮ ਹੁੰਦੀ ਹੈ ਜਾਂ ਖਸਖਸ ਹੈ ਜਾਂ ਡੋਡੇ ਹੈ ਵੀ ਉਹ ਚੀਜ਼ ਉਹਨਾਂ ਨੂੰ ਬਚਾ ਸਕਦੀ ਹੈ। ਪਰ ਉਸ ਨੂੰ ਦੇਣ ਦੀ ਥਾਂ ਤੇ ਸਾਡੀ ਸਰਕਾਰਾਂ ਕਹਿੰਦੀਆਂ ਕਿ ਚਿੱਟੀ ਗੋਲੀਆਂ ਦਿਓ ਜਿਹੜੀ ਨੌਰਫਿਨ ਦੀਆਂ ਜੀਭ ਥੱਲੇ ਰੱਖਣ ਤੇ ਉਹੀ ਲੋਕ ਚਿੱਟੀਆਂ ਗੋਲੀਆਂ ਨੂੰ ਵੀ ਇੰਜੈਕਸ਼ਨ ਵਾਂਗੂ ਪਿਘਲਾ ਕੇ ਨਸਾਂ ਤੇ ਲਾਉਣ ਲੱਗ ਪਏ ਆ। ਕੈਨੇਡਾ ਅਮਰੀਕਾ ਦੇ ਵਿੱਚ ਇਹ ਚੀਜ਼ਾਂ ਵੀ ਡਰੱਗ ਸਟੋਰਾਂ ਦੇ ਵਿੱਚ ਆਮ ਮਿਲਦੀਆਂ ਵੀ ਭਾਵੇਂ ਉਹ ਸੁਲਫਾ ਹੋ ਗਿਆ ਭਾਵੇਂ ਫੀਮ ਹੋ ਗਈ ਡੋਡੇ ਹੋ ਗਏ ਉੱਥੇ ਤੁਸੀਂ ਕੋਰੀਅਰ ਮੰਗਾਉਂਦੇ ਆ ਤੇ ਕੋਰੀਅਰ ਤੇ ਆ ਜਾਂਦੀਆਂ ਚੀਜ਼ਾਂ ਤੇ ਉਹ ਚੀਜ਼ਾਂ ਸਾਡੇ ਇੱਥੇ ਕਿਉਂ ਨਹੀਂ ਹੈ। ਦੇਸ਼ਾਂ ਵਿਦੇਸ਼ਾਂ 'ਚ ਵਾਰਸ ਮੀਡੀਆ ਦੇਖ ਰਹੇ ਦਰਸ਼ਕਾਂ ਦਾ ਹਰਪਿੰਦਰ ਸਿੰਘ ਸਲਸੋਵਾ ਵੱਲੋਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਤੁਸੀਂ ਵਾਰਸ ਮੀਡੀਆ ਦੇਖ ਰਹੇ ਹੋ। ਅੱਜ ਸਾਡੇ ਨਾਲ ਮਨਦੀਪ ਸਿੰਘ ਖਾਲਸਾ ਜੋ ਕਿ ਇੱਕ ਬੁੱਧੀਜੀਵ ਨੇ ਤੇ ਸਿੱਖ ਚਿੰਤਕ ਨੇ ਕੌਮੀ ਸੰਘਰਸ਼ ਵਿੱਚ ਪਹੁੰਚੇ ਨੇ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਵਾਰਸ ਮੀਡੀਆ ਦੇ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਵੀਰ ਜੀ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨੇ ਆਪਣੇ ਇਸ ਮੇਰੇ ਵਰਗੇ ਨਿਮਾਣੇ ਜਿਹੇ ਸਿੱਖ ਨੂੰ ਵੀ ਮੀਡੀਆ 'ਤੇ ਆ ਕੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜੀ। ਤੇ ਇਹ ਹੈ ਕਿ ਜਿਹੜੀ ਚੀਜ਼ ਆਪਾਂ ਮੀਡੀਆ 'ਤੇ ਕਰਦੇ ਹੈਗੇ ਆ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਨੈਸ਼ਨਲ ਮੀਡੀਆ ਅੱਜ ਕੱਲ੍ਹ ਬਹੁਤ ਵਿਕਾਊ ਹੈਗਾ ਤੇ ਆਪਾਂ ਨੂੰ ਐਸਾ ਮੀਡੀਆ ਚਾਹੀਦਾ ਜਿਹੜਾ ਲੋਕਾਂ ਦੀ ਆਵਾਜ਼ ਵੀ ਲੋਕਾਂ ਤੱਕ ਪਹੁੰਚਾ ਸਕੇ। ਧੰਨਵਾਦ ਜੀ। ਖਾਲਸਾ ਜੀ ਤੁਸੀਂ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੇ ਹੋ ਜੀ। ਲੰਬੇ ਸਮੇਂ ਤੋਂ ਜਿਹੜੇ ਸਾਡੇ ਸਿੰਘ ਜਿਹੜੇ ਆ ਆਪਣੀਆਂ ਸਜ਼ਾਵਾਂ ਭੋਗ ਚੁੱਕੇ ਨੇ ਜੀ ਤੇ ਕੀ ਮਨਸ਼ਾ ਹੈ ਸਰਕਾਰਾਂ ਨੇ ਕਿਉਂ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ? ਦੇਖੋ ਜੀ ਮਨਸ਼ਾ ਸਾਫ਼ ਸਮਝ ਆਉਂਦੀ ਹੈ ਕਿ ਜੀ ਕਿ ਜਿਹੜਾ ਕਹਿ ਦਈਏ ਕਿ ਸਿਰਫ 2% ਸਿੱਖ ਹੈ ਜਾਂ ਹੋਰ ਵੀ ਇਹ ਸਿੱਖਾਂ ਤੋਂ ਸਰਕਾਰ ਬਹੁਤ ਡਰਦੀ ਹੈ ਵੀ ਇਹਨੂੰ ਡਰਪੋਕ ਜਾਂ ਡਰਾਕਲ ਸਰਕਾਰ ਕਿਹਾ ਜਾਂਦਾ। ਜਿਹੜਾ ਮੋਦੀ ਕਹਿੰਦਾ ਮੇਰਾ 56 ਇੰਚ ਦਾ ਸੀਨਾ ਜਾਂ ਹੋਰ ਹੈ ਜੇ 56 ਇੰਚ ਦਾ ਸੀਨਾ ਬਾਈ ਉਹਨੂੰ ਫਿਰ ਛੱਡ ਕੇ ਕਿਉਂ ਨਹੀਂ ਦਿਖਾਉਂਦੇ? ਤੁਸੀਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਸਕਦੇ ਹੋ ਹੋਰਾਂ ਨੂੰ ਛੱਡ ਸਕਦੇ ਹੋ ਇੱਕ PM ਦੇ ਕਾਤਲਾਂ ਨੂੰ ਛੱਡ ਸਕਦੇ ਹੋ ਪਰ ਜਿਹੜੇ CM ਦੇ ਵੀ ਕਾਤਲ ਰਹੇ ਹੈ ਜਾਂ ਜਿਨ੍ਹਾਂ ਨੇ CM ਦਾ ਮਰਡਰ ਦੇ ਵਿੱਚ ਨਾਮ ਰਿਹਾ ਤੇ ਉਹਨਾਂ ਨੂੰ ਛੱਡਦੇ ਹੋਏ ਤੁਹਾਡੀ ਲੱਤਾਂ ਕੰਬਦੀਆਂ ਕਿਉਂ? ਸਾਫ਼ ਪਤਾ ਚੱਲਦਾ ਕਿ ਵੀ ਉਹ ਠੀਕ ਹੈ ਦੂਸਰੇ ਤੁਸੀਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਤਾ ਮਤਾ ਪਾਸ ਕਰਕੇ ਕਿ ਤੁਹਾਨੂੰ ਉਹਨਾਂ ਤੋਂ ਕੋਈ ਡਰ ਨਹੀਂ ਸੀਗਾ ਤੇ ਹਾਂ ਸਿੱਖਾਂ ਤੁਹਾਨੂੰ ਡਰ ਹੈਗਾ ਪਤਾ ਹੈਗਾ ਕਿ ਵੀ ਇਹ ਜਾਂ ਤਾਂ ਲੜਾਕੇ ਕੌਮ ਹੈਗੀ ਹੈ ਜਾਂ ਹੋਰ ਹੈ ਪਰ ਤੁਹਾਨੂੰ ਪਤਾ ਕਿ ਜੇ ਤੁਸੀਂ ਸਿੱਖਾਂ ਨੂੰ ਛੱਡਤਾ ਤੇ ਥੋੜੀ ਲੱਤਾਂ ਭਾਰ ਨਹੀਂ ਚੱਲਦੀਆਂ ਹੈਗੀਆਂ। ਮਤਲਬ ਇਹ ਕਿ ਇਹਨਾਂ ਵਿਤਕਰਾ ਦੋਹਰਾ ਵਿਤਕਰਾ ਸ਼ੁਰੂ ਤੋਂ ਸਰਦਾਰਾਂ ਨਾਲ ਕਰਦੇ ਆਏ ਆ। ਇੱਕ ਤਰ੍ਹਾਂ ਨਾਲ ਇਹ ਇਸ ਲਈ ਨਹੀਂ ਛੱਡਦੇ ਕਿਉਂਕਿ ਇਹਨਾਂ ਤੋਂ ਡਰਦੇ ਆ ਦੂਸਰਾ ਇਸ ਕਰਕੇ ਨਹੀਂ ਛੱਡਦੇ ਕਿ ਵੀ ਇਹ ਦੂਜਿਆਂ ਨੂੰ ਦਿਖਾ ਸਕਣ ਕਿ ਅਸੀਂ ਵੀ ਕੱਟੜ ਹਿੰਦੂ ਆ ਵੀ ਅਸੀਂ ਸਿੱਖਾਂ ਨਾਲ ਦੇਖੋ ਵਿਤਕਰਾ ਕਰਦੇ ਆ ਅਸੀਂ ਕਿਸੇ ਨੂੰ ਮਰਜ਼ੀ ਆਜ਼ਾਦ ਕਰ ਦਈਏ ਪਰ ਅਸੀਂ ਸਿੱਖਾਂ ਨੂੰ ਆਜ਼ਾਦੀ ਨਹੀਂ ਦੇਵਾਂਗੇ ਕਿਉਂਕਿ ਇਹ ਵਿਤਕਰਾ ਸਾਡੇ ਨਾਲ ਅੱਜ ਦਾ ਨਹੀਂ ਹੈਗਾ ਇਹ 1947 ਤੋਂ ਹੁੰਦਾ ਆਇਆ। ਜਦੋਂ ਪੰਜਾਬੀ ਸੂਬਾ ਮੰਗਿਆ 1955 ਦੇ ਵਿੱਚ ਉਦੋਂ ਗੋਲੀਆਂ ਮਿਲੀਆਂ ਪੰਜਾਬੀ ਸੂਬਾ ਕਹਿਣ ਦੇ ਉੱਤੇ ਬੱਚਿਆਂ ਤੱਕ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਫਿਰ ਉਹੀ ਗੱਲ ਬਾਅਦ ਚ ਹੋਈ ਆ 1978 ਵੇਲੇ ਵੀ ਕੀ ਕੀਤਾ 82 83 84 ਵੇਲੇ ਫਿਰ ਉਸ ਤੋਂ ਬਾਅਦ ਲਾ ਲਈਏ ਕਿ ਕਹਿ ਦਈਏ 92 ਤੱਕ ਸਾਰਾ ਸਿਲਸਿਲਾ ਚੱਲਦਾ ਰਿਹਾ ਵੀ ਆਪਰੇਸ਼ਨ ਬਲੈਕ ਥੰਡਰ 1 ਬਲੈਕ ਥੰਡਰ 2 ਫਿਰ ਆਪਰੇਸ਼ਨ ਰੋਜ਼ਵੁੱਡ ਚੱਲਿਆ ਹੋਰ ਚੱਲਿਆ ਵੀ ਇਦਾਂ ਦੀ ਚੀਜ਼ਾਂ ਕਰਕੇ ਸਿੱਖ ਨਸਲਕੁਸ਼ੀ ਹੁੰਦੀ ਰਹੀ ਹੈ ਤੇ ਸਿੱਖ ਨਸਲਕੁਸ਼ੀ ਕਰ ਕਰਕੇ ਥੱਕ ਗਏ ਪਰ ਫਿਰ ਵੀ ਇਹ ਜਿਹੜੇ ਅੱਜ ਜਿਹੜੇ ਬਚੇ ਹੋਏ ਬੰਦੀ ਸਿੰਘ ਹੈ ਉਹਨਾਂ ਨੂੰ ਛੱਡਦੇ ਹੋਏ ਡਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਵੀ ਹਾਂ ਸਿੱਖ ਕੌਮ ਇੱਕ ਐਸੀ ਹੈ ਜੇ ਇੱਕ ਵੀ ਛੱਡਤਾ ਨਾ ਵੀ ਇਹ ਤਾਂ ਜਿਵੇਂ ਪੱਥਰਾਂ ਦਾ ਸੀਨਾ ਪਾੜ ਕੇ ਵੀ ਨਿਕਲ ਆਣਗੇ ਵੀ ਅੱਜ ਜੇ ਬੁੱਢੇ ਹੋਏ ਵੀ ਬਾਹਰ ਆ ਗਏ ਇਹ ਲੀਡਰ ਜਾਂ ਇਹ ਜਿਹੜੇ ਅੰਦਰ ਸਾਡੇ ਯੋਧੇ ਅੰਦਰ ਬੰਦ ਹੈਗੇ ਆ ਜੇ ਇਹਨਾਂ 'ਚੋਂ ਇੱਕ ਵੀ ਬਾਹਰ ਆ ਗਿਆ ਤਾਂ ਇਹਨਾਂ ਦੇ ਪੈਰਾਂ ਨੇ ਮਤਲਬ ਭਾਰ ਨਹੀਂ ਚੱਲਣਾ ਹੈਗਾ ਤੇ ਤਾਂ ਕਰਕੇ ਇਹ ਸਿੱਖਾਂ ਨੂੰ ਆਜ਼ਾਦੀ ਨਹੀਂ ਦੇਣਾ ਚਾਹੁੰਦੇ। ਖਾਲਸਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜੇ ਬੰਦੀ ਸਿੰਘ ਸਾਡੇ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਨੇ ਕੀ ਸਾਡੇ ਕੋਲ ਕਿਤੇ ਉਹੀ ਹਥਿਆਰ ਨੇ ਹੋਰ ਵੀ ਸਾਡੇ ਜਿਹੜੇ ਸਿੰਘ ਆ ਚੜ੍ਹਦੀ ਕਲਾ ਵਾਲੇ ਇੱਕ ਤੋਂ ਇੱਕ ਵੱਧ ਆ ਦੁਸ਼ਟਾਂ ਨੂੰ ਸੋਧਣ ਲਈ ਬਣੇ ਨੇ ਉਹ 7 ਸਮੁੰਦਰੋਂ ਪਾਰ ਜਾ ਕੇ ਦੁਸ਼ਟਾਂ ਨੂੰ ਸੋਧ ਦਿੰਦੇ ਨੇ। ਫਿਰ ਸਰਕਾਰਾਂ ਨੂੰ ਕਿਉਂ ਨਹੀਂ ਗਿਆਨ ਸਿੱਖ ਕੌਮ ਜਿਹੜੀ ਆ ਸਰਬੱਤ ਦਾ ਭਲਾ ਮੰਨਣ ਵਾਲੀ ਕੌਮ ਆ ਫਿਰ ਕਿਉਂ ਸਰਕਾਰਾਂ ਨੂੰ ਪੈ ਇਸ ਦਾ?
ਦੇਖੋ ਜੀ, ਸਰਕਾਰਾਂ ਦੀ ਇਹ ਖੁਦ ਦੀ ਨਲਾਇਕੀ ਹੈ ਤੇ ਸਰਕਾਰਾਂ ਨੂੰ ਖੁਦ ਸਮਝਣਾ ਚਾਹੀਦਾ ਹੈ ਕਿ ਜੇ ਇਹ ਸਿਆਣਪ ਨਾਲ ਚੱਲਣ ਤਾਂ ਇਹ ਹਿਊਮਨ ਰਾਈਟਸ ਨੂੰ ਤੇ ਦੂਸਰੇ ਮੁੱਦਿਆਂ ਨੂੰ ਨਿਗਾਹ 'ਚ ਰੱਖ ਕੇ ਚੱਲਣਗੇ ਤਾਂ ਇਹਨਾਂ ਦੀ ਵਾਹਵਾਹੀ ਹੁੰਦੀ ਹੈ। ਪਰ ਇਹਨਾਂ ਨੂੰ ਵਾਹਵਾਹੀ ਨਾਲੋਂ ਆਪਣੀ ਸਰਕਾਰ ਜ਼ਿਆਦਾ ਪਸੰਦ ਹੈ। ਇਹਨਾਂ ਦੀ ਸਰਕਾਰ ਜ਼ਿਆਦਾਤਰ ਆਈ ਹੈ ਡਿਵਾਈਡ ਐਂਡ ਰੂਲ ਪਾਲਿਸੀ ਉੱਤੇ, ਨਫ਼ਰਤ ਬੇਸਡ ਪੋਲਿਟਿਕਸ ਇਹਨਾਂ ਨੇ ਖੇਡੀ ਹੈਗੀ ਹੈ। ਜਦੋਂ ਅਟਲ ਬਿਹਾਰੀ ਵਾਜਪੇਈ ਨੇ ਕਿਹਾ ਸੀਗਾ ਕਿ ਇੱਥੇ ਬਈ ਸਾਨੂੰ ਇੱਥੇ 84 ਤੋਂ ਪਹਿਲਾਂ ਕਿ ਸਾਨੂੰ ਇੱਥੇ ਖਾਲਿਸਤਾਨ ਨਹੀਂ ਮਿਲਿਆ, ਖਾਲਿਸਤਾਨ ਮਿਲਿਆ ਹੈਗਾ, ਤਾਂ ਲੋਕਾਂ ਨੇ ਨਕਾਰਤਾ ਸੀਗਾ। ਤੇ ਫਿਰ ਜਦੋਂ ਇਹ ਦੇਖਿਆ ਕਿ ਇੰਦਰਾ ਗਾਂਧੀ ਵਾਂਗੂ ਜਦੋਂ ਅਸੀਂ ਸਿੱਖਾਂ ਦਾ ਵਿਰੋਧ ਕਰਦੇ ਹਾਂ ਤੇ ਸਾਨੂੰ ਪੋਪੂਲੈਰਿਟੀ ਮਿਲਦੀ ਹੈ, ਫਿਰ ਇਹ ਨਫ਼ਰਤ ਦਾ ਪ੍ਰਚਾਰ ਕਰਨ ਲੱਗ ਪਏ ਤੇ ਇਹਨਾਂ ਨੂੰ ਜ਼ਿਆਦਾ ਵਾਹਵਾਹੀ ਮਿਲਣ ਲੱਗ ਪਈ ਹੈਗੀ ਹੈ। ਤੇ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਆਰਐਸਐਸ ਦੇ ਜਾਂ ਦੂਸਰੇ, ਉਹ ਕੱਟੜਵਾਦੀ ਲੋਕ ਹੈ ਜਿਹਨਾਂ ਨੂੰ ਸਿਰਫ ਨਫ਼ਰਤ ਹੀ ਪਸੰਦ ਹੈਗੀ ਹੈ। ਤੇ ਸਾਡੀ ਆਵਾਜ਼ ਲੋਕਾਂ ਤੱਕ ਤਾਂ ਨਹੀਂ ਪਹੁੰਚਦੀ ਖਾਲਸਾ ਜੀ, ਜਿਵੇਂ ਕਹੀਏ ਕਿ ਸਾਡੇ ਕੋਲ ਨਾ ਕੋਈ ਸਾਡਾ ਖੁਦ ਦਾ ਮੀਡੀਆ ਨਹੀਂ ਹੈਗਾ। ਜਿਵੇਂ ਕਹਿ ਦਈਏ ਕਿ ਸਾਡੇ ਕੋਲ ਸਭ ਤੋਂ ਪਹਿਲਾਂ ਰੈਵੋਲੂਸ਼ਨ ਦੀ ਕਿਸੇ ਵੀ ਕ੍ਰਾਂਤੀ ਦੀ ਸ਼ੁਰੂਆਤ ਹੁੰਦੀ ਹੈ ਅਖਬਾਰ ਤੋਂ। ਬਿਲਕੁਲ ਸਾਡੇ ਕੋਲ ਸਾਡੀ ਖੁਦ ਦੀ ਪ੍ਰਿੰਟਿੰਗ ਪ੍ਰੈਸ ਨਹੀਂ ਹੈਗੀ ਜਿਹਦੇ ਨਾਲ ਸਾਡਾ ਖੁਦ ਦਾ ਛਾਪਾਖਾਨਾ ਹੋਏ। ਵੀ ਜੇ ਕਹਿ ਦਈਏ ਕਿ ਕੋਈ ਇੱਥੇ ਅਡਾਨੀ ਅੰਬਾਨੀ ਨੇ ਸਾਰੇ ਚੈਨਲ ਖਰੀਦ ਲਏ ਹੋਣ ਜੀ, ਦੂਜੇ ਨੈਸ਼ਨਲ ਜਿਹੜੇ ਆਮ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਉਹ ਵੀ ਖਰੀਦ ਲਏ ਹੋਣਗੇ, ਜ਼ਿਆਦਾਤਰ ਵਿਕ ਚੁੱਕੇ ਆ। ਜਿਨ੍ਹਾਂ ਕਈ ਹੈਗੇ, ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ, ਪਰ ਸਾਡੇ ਕੋਲ ਆਪਣਾ ਖੁਦ ਦਾ ਖਾਲਸਾ ਅਖਬਾਰ ਹੋਣਾ ਚਾਹੀਦਾ, ਜਿਹੜਾ ਕਹਿ ਦਈਏ ਕਿ ਜਿਹੜਾ ਕਿ ਲੋਕਾਂ ਦੀ, ਪੰਜਾਬੀਆਂ ਦੀ ਗੱਲਬਾਤ ਚੱਕੇ, ਖਾਲਸੇ ਦੀ ਆਵਾਜ਼ ਜਿਹੜੀ ਘਰ ਘਰ ਪਹੁੰਚੇ, ਜਿਹੜੀ ਖਾਲਸੇ ਦੀ ਆਵਾਜ਼ ਘਰ ਘਰ ਤੱਕ ਪਹੁੰਚੇ। ਹੁਣ ਇੱਥੇ ਜਗਬਾਣੀ ਹੈ, ਇੱਥੇ ਅਜੀਤ ਹੈ, ਇੱਥੇ ਦੂਸਰੇ ਪੰਜਾਬ ਕੇਸਰੀ ਹੈ, ਵੀ ਉਹ ਉਹਨਾਂ ਦੇ ਜਿਵੇਂ ਲਾਲਾ ਜਗਤ ਨਾਰਾਇਣ ਦੇ ਸੀਗੇ ਜਾਂ ਹੋਰਾਂ ਦੇ ਸੀਗੇ ਜਿਹੜੇ ਪਹਿਲਾਂ ਹੀ ਵਿਕੀ ਹੋਈ ਸਰਕਾਰਾਂ ਦੇ ਚੱਲੇ ਆ ਰਹੇ। ਤੇ ਸਾਡੇ ਕੋਲ ਖੁਦ ਦਾ ਮਤਲਬ ਵੀ ਖਾਲਸਾ ਅਖਬਾਰ ਨਹੀਂ ਹੈਗਾ ਕਿ ਜਿਹੜੇ ਸਾਡੇ ਨੌਜਵਾਨ ਪੱਤਰਕਾਰ, ਨਿਰਧੜਕ ਪੱਤਰਕਾਰ ਹੈਗੇ ਆ, ਵੀ ਉਹ ਆ ਕੇ ਦੱਸਣ ਵੀ ਸਾਡੇ ਕੋਲ ਕੀ ਗੱਲ ਹੈ, ਸਰਕਾਰ ਨੇ ਕੀ ਫੈਸਲੇ ਕੀਤੇ ਤੇ ਸਾਡੇ ਵੀ ਅੱਗੇ ਸਿੱਖਾਂ ਦੇ ਬੁੱਧੀਜੀਵੀਆਂ ਦੇ ਵੀ ਕੀ ਮਤਲਬ ਵੀ ਅੱਗੇ ਰਿਐਕਸ਼ਨ ਹੈਗੀ ਹੈ। ਸਾਡੇ ਕੋਲ ਪਹਿਲਾ ਪੌੜੀ ਚੜ੍ਹਨ ਦੇ ਲਈ ਸਾਨੂੰ ਚਾਹੀਦਾ ਸਾਡਾ ਖੁਦ ਦਾ ਅਖਬਾਰ ਹੋਏ, ਸਾਡੇ ਖੁਦ ਦੇ ਜਰਨਲਿਸਟ ਹੋਣ, ਜਿਹੜੇ ਕਿ ਕਹਿ ਦਈਏ ਕਿ ਚੌਥਾ ਥੰਬ ਹੋਏ। ਹੁਣ ਚੌਥਾ ਥੰਬ ਇੱਥੇ ਪੂਰੀ ਦੇਸ਼ ਦੇ ਵਿੱਚ ਚੌਥਾ ਥੰਬ ਇਹ ਘੇਰ ਚੁੱਕੇ ਆ। ਮਤਲਬ ਜਾਂ ਤਾਂ ਚੌਥਾ ਥੰਬ ਨਾ, ਜਿਵੇਂ ਆਪਾਂ ਦੇਖਦੇ ਹਾਂ ਵੀ ਭਾਰਤ ਦਾ ਜਿਹੜਾ ਸ਼ੇਰ ਦਾ ਨਿਸ਼ਾਨ ਦੇਖਦੇ ਆ, ਉੱਥੇ ਤਿੰਨ ਹੀ ਦਿਖਦੇ ਆ, ਚੌਥਾ ਦਿਖਦਾ ਹੀ ਨਹੀਂ। ਇਹਨਾਂ ਨੇ ਚੌਥਾ ਅਸਲ ਦੇ ਵਿੱਚ ਹੀ ਗਾਇਬ ਕਰਤਾ ਹੋਇਆ ਕਿ ਮੀਡੀਆ, ਨੈਸ਼ਨਲ ਮੀਡੀਆ ਜਾਂ ਹੋਰ ਚੀਜ਼ਾਂ ਵਿਕਾਊ ਹੋ ਗਈਆਂ, ਦਿਖਦੀਆਂ ਨਹੀਂ ਜਾਂ ਚੁੱਪ ਰਹਿੰਦੀਆਂ। ਜੇ ਕੋਈ ਸੱਚ ਗੱਲ ਕਰਦੇ ਆ ਉਹਨਾਂ ਨੂੰ ਦਬਾਉਂਦੇ ਆਉਂਦੇ ਆ ਤੇ ਉਹਨਾਂ ਨੂੰ ਇੱਥੇ ਤੱਕ ਈਵਨ ਮਾਰਨ ਤੱਕ ਦੀ ਧਮਕੀਆਂ ਦਿੱਤੀਆਂ ਨੇ ਤੇ ਪਿੱਛੇ ਜੇ ਕਈ ਤਾਂ ਮਾਰ ਵੀ ਦਿੱਤੇ ਗਏ ਹੈਗੇ ਆ ਜੀ। ਜਿਵੇਂ ਕਹਿ ਦਈਏ ਕਿ ਕੁਝ ਪੱਤਰਕਾਰ ਮਾਰ ਦਿੱਤੇ ਗਏ ਆ, ਕੁਝ ਈਵਨ ਜੱਜ ਤੱਕ ਮਾਰ ਦਿੱਤੇ ਗਏ ਸੀ, ਜਿਵੇਂ ਜੱਜ ਲੋਇਆ ਹੋ ਗਿਆ, ਹੋਰ ਹੋ ਗਏ। ਜਿਹੜੇ ਵੀ ਡਰਦੇ ਨਹੀਂ ਹੈਗੇ, ਹੋਰ ਨਹੀਂ ਹੁੰਦੇ, ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਹੈਗਾ। ਇਹ ਖਾਲਸਾ ਜੀ, ਇਹ ਖਾਲਸੇ ਦੇ ਨਿਸ਼ਾਨ ਜਿਹੜੇ ਆ, ਨਿਸ਼ਾਨ ਸਾਹਿਬ, ਇਹਨਾਂ ਵਿੱਚ ਵੀ ਕੋਈ ਵਾਧ ਘਾਟ ਹੋਈ ਆ? ਇਹਦੇ ਵਿੱਚ ਬਹੁਤ ਜ਼ਿਆਦਾ ਵਾਧ ਘਾਟ ਹੋਈ ਹੈ ਜੀ। ਸਾਡਾ ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਸਾਡਾ ਕੇਸਰੀ ਨਿਸ਼ਾਨ ਨਹੀਂ ਸੀਗਾ ਜੀ। ਸਾਡਾ ਜਿਹੜਾ ਨਿਸ਼ਾਨ ਸੀਗਾ ਬਸੰਤੀ, ਜਿਹਨੂੰ ਕਹਿ ਦਈਏ ਕਿ ਸਰੋਂ ਦੇ ਫੁੱਲ ਵਰਗਾ ਪੀਲਾ ਰੰਗ ਸੀਗਾ। ਜਿਹੜਾ ਸਾਡੇ ਪਹਿਲਾ ਰੰਗ ਚੱਲਿਆ ਸੀਗਾ ਵੀ ਦੂਜੀ ਪਾਤਸ਼ਾਹੀ ਵੇਲੇ ਚੱਲਿਆ ਸੀ ਸਫੇਦ ਰੰਗ, ਤੇ ਉਸ ਤੋਂ ਬਾਅਦ ਚੱਲਿਆ ਹੈਗਾ ਸਾਡਾ ਬਸੰਤੀ ਰੰਗ ਸਰੋਂ ਦੇ ਫੁੱਲ ਵਰਗਾ, ਜਿਹੜਾ ਕਿ ਕਹਿ ਦਈਏ ਕਿ ਆਪਣਾ ਵੀ ਉਸਦੇ ਉੱਤੇ ਆਪਣੇ ਤਿੰਨ ਨਿਸ਼ਾਨ ਹੁੰਦੇ ਸੀ, ਤਲਵਾਰ ਦਾ, ਢਾਲ ਦਾ ਤੇ ਇੱਕ ਆਪਣਾ ਕਟਾਰ ਦਾ। ਤੇ ਉਸ ਤੋਂ ਬਾਅਦ ਸਾਡਾ ਚੱਲਿਆ ਹੈਗਾ 10ਵੀਂ ਪਾਤਸ਼ਾਹੀ ਵੇਲੇ ਗੂੜੇ ਰੰਗ ਦਾ, ਵੀ ਨੀਲੇ ਰੰਗ ਦਾ, ਤੇ ਜਿਹਦੇ ਵਿੱਚ ਲਾ ਲਈਏ ਕਿ ਸੁਨਹਿਰੀ ਰੰਗ ਦੇ ਹੁੰਦੇ ਸੀ ਤਲਵਾਰ, ਢਾਲ ਤੇ ਆਪਣਾ ਜਿਹੜਾ ਕਹਿ ਦਈਏ ਕਟਾਰ। ਵੀ ਉਸ ਚੀਜ਼ ਨੂੰ ਹਟਾ ਕੇ ਇਹਨਾਂ ਨੇ ਨਵਾਂ ਨਿਸ਼ਾਨ ਸਾਹਿਬ ਬਣਾਤਾ ਤੇ ਉਹਨੂੰ ਲਿਆਏ ਵੀ ਕੇਸਰੀ ਰੰਗ ਦੇ ਵਿੱਚ। ਤੇ ਅੱਜ ਉਹ ਕੇਸਰੀ ਰੰਗ ਨੂੰ ਭਗਵਾਂਕਰਨ ਕਰ ਰਿਹਾ ਕਿ ਕੇਸਰੀ ਰੰਗ ਹੀ ਸਾਡਾ ਹੈਗਾ, ਤੇ ਹੌਲੀ ਹੌਲੀ ਕੇਸਰੀ ਨੂੰ ਥੋੜਾ ਜਿਹਾ ਡਾਰਕ ਕਰ ਦਿਓ ਤਾਂ ਭਗਵਾਨ ਦਿਖਦਾ ਜੀ। ਤੇ ਇਹੀ ਚੀਜ਼ ਦਾ ਰੌਲਾ ਪਾ ਕੇ ਰੱਖਿਆ ਹੋਇਆ। ਸਾਨੂੰ ਇੱਥੇ ਲੜਾ ਦਿੱਤਾ ਗਿਆ ਪੰਜਾਬ ਨੂੰ ਪਾਣੀਆਂ ਦੀ ਵੰਡ ਦੇ ਉੱਤੇ, ਜਾਂ ਫਿਰ ਕਹਿ ਦਈਏ ਕਿ ਚੰਡੀਗੜ੍ਹ ਦੇ ਮਸਲੇ ਉੱਤੇ ਜਾਂ ਹੋਰਾਂ ਚੀਜ਼ਾਂ ਉੱਤੇ। ਪਰ ਜਿਹੜੇ ਅਸਲੀ ਮਸਲੇ ਹੈ ਉਹ ਸਾਡੇ ਤੋਂ ਬਹੁਤ ਦੂਰ ਰੱਖੇ ਗਏ ਹੈਗੇ ਆ। ਵੀ ਜਿਵੇਂ ਕਹਿ ਦਈਏ ਕਿ ਜੈਨੋਸਾਈਡ ਕੀਤਾ ਜਾਂਦਾ, ਸਾਡਾ ਇੱਥੇ ਡਰੱਗ ਵਾਰ ਚੱਲ ਰਹੀ ਹੈ, ਸਾਡੀ ਨਸਲਾਂ ਖਰਾਬ ਕੀਤੀਆਂ ਜਾਂਦੀਆਂ ਪਈਆਂ ਹੈਗੀਆਂ, ਅਸੀਂ ਉਹਨਾਂ ਬਾਰੇ ਗੱਲ ਨਹੀਂ ਕਰਦੇ। ਖਾਲਸਾ ਜੀ, ਤਾਂ ਨਸ਼ਿਆਂ ਦੀ ਤੁਸੀਂ ਗੱਲ ਕੀਤੀ ਹੈ, ਜਿੱਥੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਦਿਨ ਬ ਦਿਨ ਨਸ਼ਿਆਂ ਦੇ ਦਲਦਲ 'ਚ ਫਸਦੀ ਜਾ ਰਹੀ ਹੈ, ਤੇ ਕਈ ਮਾਵਾਂ ਦੇ ਪੁੱਤ ਜਿਹੜੇ ਆ ਸਿਵਿਆਂ ਵੱਲ ਆਏ ਦਿਨ ਜਾਂਦੇ ਨੇ। ਬਿਲਕੁਲ। ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ? ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਭੰਗ ਤੇ ਅਫੀਮ ਦੀ ਖੇਤੀ ਹੋਵੇ ਤਾਂ ਕੁਝ ਸੁਧਾਰ ਹੋ ਸਕਦਾ? ਦੇਖੋ ਜੀ, ਜਿਵੇਂ ਕਿਹਾ ਜਾਂਦਾ ਕਿ ਸੱਪ ਦੇ ਜ਼ਹਿਰ ਨੂੰ ਸੱਪ ਦੇ ਜ਼ਹਿਰ ਨਾਲ ਹੀ ਕੱਟਿਆ ਜਾ ਸਕਦਾ। ਜੇ ਕਿਸੇ ਨੂੰ ਸੱਪ ਲੜ ਜਾਂਦਾ ਤਾਂ ਸੱਪ ਦੇ ਜ਼ਹਿਰ ਦੀ ਕਾਟ ਹੁੰਦੀ ਹੈ, ਪਹਿਲਾਂ ਘੋੜੇ ਨੂੰ ਸੱਪ ਲੜਾਇਆ ਜਾਂਦਾ, ਫਿਰ ਉਹਦੇ ਖੂਨ ਦੇ ਵਿੱਚੋਂ ਜ਼ਹਿਰ ਦਾ ਸੈਂਪਲ ਲੈ ਕੇ ਫਿਰ ਉਹਦੇ ਵਿੱਚੋਂ ਇੰਜੈਕਸ਼ਨ ਬਣਦੇ ਆ ਵੀ ਜ਼ਹਿਰ ਨੂੰ ਜ਼ਹਿਰ ਕੱਟਦਾ ਹੈਗਾ, ਲੋਹੇ ਨੂੰ ਲੋਹਾ ਕੱਟਦਾ ਹੈਗਾ। ਉਵੇਂ ਹੀ ਜਿਹੜੇ ਮੁੰਡੇ ਚਿੱਟਾ ਲਾਉਣ ਲੱਗ ਪਏ ਜਾਂ ਜਿਹੜੇ ਇੰਜੈਕਸ਼ਨ ਲਾਉਣ ਲੱਗ ਪਏ, ਉਹਨਾਂ ਨੂੰ ਕਹਿ ਦਈਏ ਕਿ ਵੀ ਮਾਈਨਰ, ਜਿਵੇਂ ਕਹਿ ਦਈਏ ਕਿ ਓਪੀਐਮ ਵੀ ਅਫੀਮ ਹੁੰਦੀ ਹੈ ਜਾਂ ਖਸਖਸ ਹੈ ਜਾਂ ਡੋਡੇ ਹੈ, ਵੀ ਉਹ ਚੀਜ਼ ਉਹਨਾਂ ਨੂੰ ਬਚਾ ਸਕਦੀ ਹੈ। ਪਰ ਉਸ ਨੂੰ ਦੇਣ ਦੀ ਥਾਂ ਤੇ ਸਾਡੀ ਸਰਕਾਰਾਂ ਕਹਿੰਦੀਆਂ ਕਿ ਚਿੱਟੀ ਗੋਲੀਆਂ ਦਿਓ, ਜਿਹੜੀ ਨੋਰਫਿਨ ਦੀਆਂ ਜੀਭ ਥੱਲੇ ਰੱਖਣ, ਤੇ ਉਹੀ ਲੋਕ ਚਿੱਟੀਆਂ ਗੋਲੀਆਂ ਨੂੰ ਵੀ ਇੰਜੈਕਸ਼ਨ ਵਾਂਗੂ ਪਿਘਲਾ ਕੇ ਨਸਾਂ 'ਚ ਲਾਉਣ ਲੱਗ ਪਏ ਆ। ਹੁਣ ਅਸੀਂ ਬਾਹਰਲੀ ਚੀਜ਼ ਨੂੰ, ਇੱਕ ਪਾਣੀ ਨੂੰ ਮਤਲਬ ਮੰਨ ਲਓ
ਅੱਜ ਕੱਲ੍ਹ ਪਾਣੀ ਜਿਵੇਂ ਜੀਰਾ ਫੈਕਟਰੀ ਵਾਲਾ ਬਿਲਕੁਲ ਜ਼ਹਿਰੀਲਾ ਪਾਣੀ ਹੈ, ਵੀ ਪਾਣੀ ਦੇ ਵਿੱਚ ਗੋਲੀ ਘੋਲ ਕੇ ਇੰਜੈਕਸ਼ਨ ਲਾ ਕੇ ਵਿੱਚ ਲਾਓਗੇ, ਜਿਹੜਾ ਪਾਣੀ ਨਹਾਉਣ ਦੇ ਕਾਬਿਲ ਨਹੀਂ ਹੈ, ਪੀਣ ਦੇ ਕਾਬਿਲ ਨਹੀਂ, ਤੁਸੀਂ ਉਸ ਪਾਣੀ ਵਿੱਚ ਗੋਲੀ ਜਾਂ ਹੋਰ ਕੋਈ ਚੀਜ਼ ਘੋਲ ਕੇ ਤੁਸੀਂ ਆਪਣੇ ਬਲੱਡ 'ਚ ਇੰਜੈਕਟ ਕਰ ਰਹੇ ਹੋ ਤਾਂ ਬੰਦੇ ਨੇ ਮਰਨਾ ਹੀ ਹੈ ਜੀ। ਬਿਲਕੁਲ। ਤੇ ਉਸੇ ਚੀਜ਼ਾਂ ਦੀ ਥਾਂ ਤੇ ਤੁਸੀਂ ਖਸਖਸ ਪੋਸਤ ਜਾਂ ਫੀਮ ਦੇ ਠੇਕੇ ਕਿਉਂ ਨਹੀਂ ਖੋਲ ਦਿੰਦੇ? ਫਿਰ ਸਰਕਾਰਾਂ ਲੋਕਾਂ ਦੇ ਬੱਚੇ ਨਹੀਂ ਕਰਨਗੀਆਂ ਜਿਸ ਤਰ੍ਹਾਂ ਕੋਈ ਖੇਤੀ ਇਹੋ ਜਿਹੀ ਕਰਨਗੀਆਂ ਤੇ। ਦੇਖੋ ਜੀ, ਇਹ ਖੇਤੀ ਕਰਨ ਦੇ ਲਈ ਸਾਨੂੰ ਨਾ ਜਿਵੇਂ ਕਹਿੰਦੇ ਕਿਸ ਤੋਂ ਭੀਖ ਮੰਗਣ ਦੀ ਲੋੜ ਨਹੀਂ ਹੈਗੀ ਕਿ ਅਸੀਂ ਕਹੀਏ ਜੀ ਸਾਨੂੰ ਸਾਡੇ ਖੇਤਾਂ ਦੇ ਵਿੱਚ ਫੀਮ ਉਗਾਉਣ ਦੀ ਪਰਮਿਸ਼ਨ ਦਿਓ ਜਾਂ ਹੋਰ ਦਿਓ। ਮੇਰੀ ਕਈ ਬੁੱਧੀਜੀਵੀਆਂ ਨਾਲ ਗੱਲ ਹੁੰਦੀ ਹੈ ਤੇ ਜ਼ਿਆਦਾਤਰ ਅਸੀਂ ਇਹਦਾ ਸਿੱਟਾ ਇਹ ਕੱਢਿਆ ਬੁੱਧੀਜੀਵੀਆਂ ਨੇ ਕਿ ਜਿਹੜੀ ਇਹ ਖਸਖਸ ਹੈ ਜਾਂ ਹੋਰ ਹੈ, ਤੁਸੀਂ ਜੇ ਸਰਕਾਰ ਚਾਹੇ ਵੀ ਅਸੀਂ ਸਾਨੂੰ ਠੇਕੇ ਤੇ ਨਹੀਂ ਦੇਣਾ, ਜਿਹੜੀ ਵੀ ਪੰਚਾਇਤੀ ਜ਼ਮੀਨ ਹੈ, ਸ਼ਾਮਲਾਟ ਦੀ ਜ਼ਮੀਨ ਹੈ, ਜਾਂ ਮੰਨ ਲਓ ਆਪਾਂ ਜਾਂਦੇ ਸੜਕ ਦੇ ਦੁਆਲੇ ਦੁਆਲੇ ਜਾਂਦੇ ਹਾਂ, ਸਫੇਦੇ ਆ ਸਾਰੇ ਹੋਰ ਹੈ, ਤੇ ਉਹਨਾਂ ਦੇ ਵਿਚਕਾਰ ਜਾ ਕੇ ਖਸਖਸ ਦਾ ਚਿੱਟਾ ਦੇ ਦੇਣ ਜਾਂ ਹੋਰ ਦੇ ਦੇਣ, ਚਾਰੋਂ ਪਾਸੇ ਡੋਡੇ ਹੋ ਜਾਣੇ, ਹੋਰ ਠੀਕ ਹੈ ਸਰਕਾਰੀ ਕਰ ਦਿਓ, ਇਹਨੂੰ ਆਮ ਕਰ ਦਿਓ। ਜਿਵੇਂ ਭੰਗ ਦੇ ਬੂਟੇ ਆਮ ਹੁੰਦੇ ਆ, ਉਵੇਂ ਡੋਡਿਆਂ ਦੇ ਵੀ ਬੂਟੇ ਆਮ ਹੋਣ। ਤੇ ਜਦੋਂ ਡੋਡੇ ਜਾਂ ਖਸਖਸ ਜਾਂ ਭੁੱਕੀ ਆਮ ਹੋ ਗਈ ਤਾਂ ਲੋਕ ਇਹਨਾਂ ਗੰਦੇ ਨਸ਼ਿਆਂ ਕਨੀ ਜਾਣ ਹੀ ਨਾ। ਹੁਣ ਗੰਦੇ ਜਿਹੜੇ ਬੰਦੇ ਜੀਭ ਥੱਲੇ ਰੱਖਣ ਵਾਲੀ ਗੋਲੀ ਖਾਂਦੇ ਆ, ਉਹਨਾਂ ਨੂੰ ਰੋਜ਼ ਦੀ ਗੋਲੀ ਲੈਣ ਦੇ ਲਈ ਲਾਈਨ ਦੇ ਵਿੱਚ ਖੜਨਾ ਪੈਂਦਾ ਹੈਗਾ। ਸਵੇਰੇ 7 ਵਜੇ ਖੜਦੇ ਆ ਤਾਂ ਜਾ ਕੇ 10-11 ਵਜੇ ਤੱਕ ਵਾਰੀ ਆਉਂਦੀ ਹੈ। ਅਕਸਰ ਨਸ਼ੇ ਛਡਾਊ ਕੇਂਦਰਾਂ ਦੇ ਵਿੱਚ ਜੋ ਸਰਕਾਰ ਨੇ ਨਸ਼ੇ ਛਡਾਊ ਕਹਿੰਦੇ, ਉੱਥੇ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਤੇ ਨੌਜਵਾਨਾਂ ਦਾ ਕਹਿਣਾ ਕਿ ਜਦੋਂ ਸਾਨੂੰ ਲੇਟ ਗੋਲੀ ਮਿਲਦੀ ਹੈ ਤੇ ਅਸੀਂ ਕਾਰੋਬਾਰ ਵੀ ਕੋਈ ਨਹੀਂ ਕਰ ਸਕਦੇ। ਬਿਲਕੁਲ ਚੱਕਰ ਇਹ ਹੈ ਕਿ ਜੀ ਸਾਰੀ ਦਿਹਾੜੀ ਉਹਨਾਂ ਦੀ ਗੋਲੀ ਲੈਣ ਦੇ ਚੱਕਰ 'ਚ ਹੀ ਟੱਪ ਜਾਂਦੀ ਹੈ ਜੀ। ਅੱਧੀ ਦਿਹਾੜੀ ਜਿਹੜੀ ਮਜ਼ਦੂਰ ਨੇ ਦਿਹਾੜੀ ਕਰਨੀ ਹੈ 8 ਵਜੇ ਤੋਂ ਲੈ ਕੇ ਜੇ 11-12 ਵਜੇ ਤੱਕ ਉਹ ਲਾਈਨ 'ਚ ਖੜਿਆ ਰਹੂਗਾ ਤਾਂ ਮਤਲਬ ਵੀ ਉਹ ਵਪਾਰ ਜਾਂ ਦਿਹਾੜੀ ਨਹੀਂ ਕਰ ਸਕਦਾ ਆਪਣੀ, ਉਹ ਸਾਰਾ ਦਿਨ ਇਹੀ ਕਰ ਸਕਦਾ। ਉਹਨੂੰ ਲਗਾਤਾਰ ਇੱਕ ਪੱਤਾ ਨਹੀਂ ਦੇਣਗੇ ਕਿ ਇੱਕ ਪੱਤਾ ਲੈ ਜਾ ਵੀ ਹਫਤੇ ਬਾਅਦ ਆ ਜੀ, ਉਹਨੂੰ ਰੋਜ਼ ਦੀ ਰੋਜ਼ ਬੁਲਾਉਂਦੇ ਆ ਤੇ ਉਹਦਾ ਖੱਜਲ ਖੁਆਰੀ ਕਰਦੇ ਆ। ਇੱਥੇ ਈਵਨ ਕਿ ਪੰਜਾਬ ਦੇ ਜਿਹੜੇ ਨਸ਼ਾ ਛਡਾਊ ਕੇਂਦਰ ਹੈਗੇ ਆ ਉਹਨਾਂ ਦੇ ਉੱਤੇ ਇੰਨਾ ਕੁ ਬੋਝ ਪਾ ਦਿੱਤਾ ਗਿਆ, ਕਹਿੰਦੇ ਕਿ ਤੁਸੀਂ ਆਪਣੀ ਐਂਬੂਲੈਂਸਾਂ ਖੁਦ ਦੀਆਂ ਖਰੀਦੋ, 24 ਘੰਟੇ ਤੁਹਾਡੇ ਕੋਲ ਐਂਬੂਲੈਂਸ ਹੋਣੇ ਚਾਹੀਦੇ, 24 ਘੰਟੇ ਤੁਹਾਡੇ ਕੋਲ ਡਾਕਟਰਸ ਹੋਣੇ ਚਾਹੀਦੇ, ਤੁਹਾਡੇ ਜਿਹੜੇ ਤੁਹਾਡੇ 2 ਡਾਕਟਰਸ ਉੱਥੇ ਬੈਠਣ, 24 ਘੰਟੇ ਤੁਹਾਡੇ ਕੋਲ ਨਰਸ ਦਾ ਸਟਾਫ ਹੋਣਾ ਚਾਹੀਦਾ ਜਿਹੜਾ ਉੱਥੇ ਬੈਠੇ। ਤੇ ਐਸੀ ਪਾਬੰਦੀਆਂ ਲਾ ਦਿੱਤੀਆਂ ਗਈਆਂ ਜਿਹੜੀਆਂ ਕਿ ਬੰਦੇ ਤੋਂ, ਇੱਕ ਬੱਚੇ ਤੋਂ, ਜਿਹੜੇ ਬੱਚੇ ਨੂੰ ਹਰਿਆਣੇ ਜਾਂ ਦੂਜੀ ਥਾਂ ਤੇ ਦਾਖਲ ਕਰਦੇ ਆ ਤੇ ਉਹ ਮਤਲਬ ਵੀ ਲਾ ਲਓ 10 ਜਾਂ 15,000 ਰੁਪਏ ਦੇ ਕੇ ਬੱਚਾ ਦਾਖਲ ਕਰਾਇਆ ਜਾਂਦਾ ਹੈ। ਪਰ ਉਹੀ ਬੱਚਾ ਜੇ ਪੂਰੇ ਇਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਮੰਨੀਆਂ ਜਾਣ ਤਾਂ ਉਹ ਬੱਚਾ 50,000 ਲਾ ਕੇ ਵੀ ਸੈਂਟਰ ਦੇ ਵਿੱਚ ਤੁਸੀਂ ਦਾਖਲ ਨਹੀਂ ਕਰਾ ਸਕਦੇ। ਪਰ ਉਹੀ ਬੱਚਾ ਤੁਸੀਂ ਹਰਿਆਣੇ ਚਲੇ ਜਾਓ 12 ਤੋਂ 15,000 ਰੁਪਏ ਦੇ ਵਿੱਚ ਤੁਸੀਂ ਬੱਚਾ ਦਾਖਲ ਕਰਾ ਸਕਦੇ ਹੋ ਉੱਥੇ। ਪਰ ਕਾਂਗਰਸ ਨੇ ਮਤਲਬ ਜਾਂਦੇ ਹੋਏ ਮਤਲਬ ਵੀ ਐਸੀ ਪਾਲਿਸੀਜ਼ ਬਦਲੀਆਂ ਕਿ ਇੱਥੇ ਨਸ਼ਾ ਛਡਾਊ ਕੇਂਦਰ ਖੁੱਲ ਹੀ ਨਹੀਂ ਸਕਦੇ। ਜੇ ਨਸ਼ਾ ਛਡਾਊ ਕੇਂਦਰ ਨਹੀਂ ਖੁੱਲਣਗੇ ਤਾਂ ਬੱਚੇ ਨਸ਼ਾ ਕਿਵੇਂ ਛੱਡਣਗੇ? ਮੰਨਿਆ ਕਿ ਨਸ਼ਾ ਛੱਡਣ ਦੇ ਲਈ ਸਭ ਤੋਂ ਵੱਡੀ ਸਾਡੇ ਆਪਣੇ ਅੰਦਰ ਵਿਲ ਪਾਵਰ ਹੋਣੀ ਜ਼ਰੂਰੀ ਹੈ। ਬਿਲਕੁਲ। ਪਰ ਜੇ ਕਿਸੇ ਕੋਲ ਵਿਲ ਪਾਵਰ ਨਹੀਂ ਹੈ, ਕੋਈ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਹੀ ਸੁਧਰ ਸਕਦਾ ਤਾਂ ਨਸ਼ਾ ਛਡਾਊ ਕੇਂਦਰਾਂ ਦੇ ਉੱਤੇ ਇੰਨੀ ਪਾਬੰਦੀਆਂ ਕਿਉਂ ਹੈ ਕਿ ਸਾਡੇ ਲਈ ਵੱਖਰੀ ਹੈ ਤੇ ਹਰਿਆਣੇ ਦੇ ਲਈ ਪਾਲਿਸੀ ਵੱਖਰੀ ਹੈ। ਤੇ ਤੁਸੀਂ ਹਰਿਆਣੇ ਦੇ ਵਿੱਚ ਤੁਸੀਂ 10-15 ਹਜ਼ਾਰ ਦੇ ਵਿੱਚ ਜਾ ਕੇ ਤੁਸੀਂ ਹਰਿਆਣੇ ਦੇ ਵਿੱਚ ਸੈਂਟਰ ਖੋਲ੍ਹ ਲਓ ਤੇ ਉੱਥੇ ਫੀਸ 10-15 ਹਜ਼ਾਰ ਰੁਪਏ ਮਰੀਜ਼ ਦੀ ਹੈ। ਤੇ ਤੁਸੀਂ ਪੰਜਾਬ ਦੇ ਵਿੱਚ ਖੋਲ੍ਹ ਰਹੇ ਹੋ, ਅੱਜ ਕੱਲ੍ਹ ਪੰਜਾਬ ਦੇ ਵਿੱਚ ਨਸ਼ਾ ਛਡਾਊ ਕੇਂਦਰ ਵਾਲੇ ਮੁੰਡਿਆਂ ਨੂੰ ਦਾਖਲ ਨਹੀਂ ਕਰ ਰਹੇ, ਉਹ ਲੈਂਦੇ ਨਹੀਂ ਹੈਗੇ, ਕਹਿੰਦੇ ਸਾਨੂੰ ਵਾਰਾ ਨਹੀਂ ਖਾਂਦਾ ਹੈਗਾ ਕਿਉਂਕਿ ਅਸੀਂ ਨਰਸਾਂ ਨੂੰ ਵੀ ਫੀਸ ਦੇਣੀ ਹੈ, ਡਾਕਟਰ ਵੀ ਰੱਖਣੇ ਆ, ਐਂਬੂਲੈਂਸਾਂ ਵੀ ਹੋਣੀ ਚਾਹੀਦੀਆਂ ਤੇ ਇਹਨਾਂ ਦੀ ਸ਼ਰਤ ਮਾਪਦੰਡ ਇਹਨਾਂ ਦੇ ਇੰਨੇ ਕੁ ਭੈੜੇ ਆ ਕਿ ਸਾਨੂੰ ਨਹੀਂ ਪੁੱਗਦਾ ਹੈਗਾ, ਅਸੀਂ ਸੈਂਟਰ ਹੀ ਬੰਦ ਕਰਨ ਨੂੰ ਕਹਿੰਦੇ ਫਿਰਦੇ ਪਏ ਆ। ਮਤਲਬ ਪੰਜਾਬ ਸਰਕਾਰ ਚਾਹੁੰਦੀ ਨਹੀਂ ਕਿ ਮੁੰਡੇ ਇੱਥੇ ਨਸ਼ਾ ਛੱਡ ਕੇ ਠੀਕ ਹੋ ਜਾਣ। ਪੰਜਾਬ ਸਰਕਾਰ ਦੀ ਪਾਲਿਸੀ ਸੀ, ਪਹਿਲਾਂ ਵੀ ਉਹਨਾਂ ਦੇ ਵਾਅਦੇ ਕੀਤੇ ਗਏ ਸੀ ਕਿ ਅਸੀਂ ਨਸ਼ਿਆਂ ਤੋਂ ਮੁਕੰਮਲ ਤੌਰ ਤੇ ਬੰਦ ਕਰਾਂਗੇ, ਫਿਰ ਕੀ ਕਮੀਆਂ ਕਿੱਥੇ ਗਈ? ਇਹਨਾਂ ਪਿੱਛੇ ਵੀ ਕੋਈ ਪਾਲਿਸੀ ਆ ਗਈ? ਦੇਖੋ ਜੀ, ਇਹ ਨਸ਼ਾ ਬੰਦ ਕਰਨਾ ਚਾਹੁੰਦੇ ਆ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹਨਾਂ ਨੂੰ ਚਾਹੀਦਾ ਕਿ ਵੀ ਜਿਵੇਂ ਕਹਿੰਦੇ ਕਿ ਵੀ ਅਸੀਂ ਆਮ ਬੰਦਿਆਂ ਨੂੰ ਜ਼ਮੀਨ ਤੇ ਅਸੀਂ ਖਸਖਸ ਦੀ ਖੇਤੀ ਨਹੀਂ ਆਉਂਦੇ ਨਹੀਂ ਤੇ ਨਾ ਹੀ ਅਸੀਂ ਭੀਖ ਮੰਗੀਏ। ਅਸੀਂ ਕਹਿੰਦੇ ਕਿ ਸਾਡਾ ਕੋਈ ਲੀਡਰ ਸਾਡੇ ਅੱਗੇ ਆਊਗਾ, ਉਹ ਸਾਨੂੰ ਰਾਹ ਦਿਖਾਊਗਾ। ਅਸੀਂ ਨਾ ਦਿਸ਼ਾਹੀਨ ਰਹਿਣਾ ਗਿੱਝ ਗਏ ਆ ਵੀ ਸਾਨੂੰ ਜਿਵੇਂ ਸਾਡੇ ਪੁਰਾਣੇ ਜਿਵੇਂ ਗਦਰੀ ਬਾਬੇ ਹੋ ਗਏ ਜਾਂ ਹੋਰ ਹੋ ਗਏ, ਸਾਨੂੰ ਦਿਸ਼ਾ ਦਿਖਾਉਂਦੇ ਸਾਡੇ ਬਜ਼ੁਰਗ, ਅਗਲੇ ਕਹਿੰਦੇ ਜੀ ਇਸ ਰਾਹ ਤੇ ਚੱਲੋਗੇ ਤਾਂ ਕਾਮਯਾਬ ਹੋ ਜਾਓਗੇ। ਅਸੀਂ ਪਰ ਦਿਸ਼ਾਹੀਨ ਰਹਿਣਾ ਗਿੱਝ ਗਏ, ਸਾਨੂੰ ਲੀਡਰ ਆ ਕੇ ਬੇਵਕੂਫ ਬਣਾਉਂਦੇ ਆ ਤੇ ਸਾਨੂੰ ਲੱਗਦਾ 2 ਮਿੱਠੀਆਂ ਗੱਲਾਂ ਕਿਸੇ ਲੀਡਰ ਨੇ ਬੋਲਣੀਆਂ ਤਾਂ ਇਹ ਸਾਡਾ ਹਮਦਰਦ ਹੈ। ਜੇ ਇੰਨੇ ਕੁ ਹਮਦਰਦ ਹੋਣ ਨਾ, ਸਾਨੂੰ ਬੰਦਾ ਕੋਈ ਆ ਕੇ ਕਹੇ ਕਿ ਦੇਖੋ ਬਾਈ ਜੀ ਤੁਸੀਂ ਕੋਈ ਆਪਣੀ ਜ਼ਮੀਨ ਤੇ ਨਾ ਲਾਓ, ਤੁਹਾਨੂੰ ਪਰਚਾ ਕਰਨਗੇ, ਅੰਦਰ ਕਰ ਦੇਣਗੇ, ਹੋਰ ਕਰਨਗੇ। ਆਹ ਸ਼ਾਮਲਾਟ ਦੀ ਜ਼ਮੀਨਾਂ, ਪੰਚਾਇਤੀ ਜ਼ਮੀਨਾਂ ਹੈਗੀਆਂ ਜਾਂ ਉੱਥੇ ਲਾ ਲਓ, ਜਿਹੜੇ ਬੁੱਧੀਜੀਵੀ ਹੈਗੇ ਉਹ ਇਹੀ ਗੱਲ ਕਰਦੇ ਆ, ਕਹਿੰਦੇ ਤੁਸੀਂ ਸਰਕਾਰੀ ਜਗ੍ਹਾ ਤੇ ਕਰ ਦਿਓ। ਸਰਕਾਰ ਕੀ ਹੈ, ਆਪਣੇ ਆਪ ਤੇ ਵੱਧ ਤੋਂ ਵੱਧ ਬੂਟੇ ਤੁਸੀਂ ਪੱਟ ਦਿਓ, ਹੋਰ ਕਰ ਦਿਓ। ਪਰ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਵੀ ਜਿਵੇਂ ਕੋਈ ਮਰਦਾ ਪਿਆ ਜੰਗਲੀ ਬੂਟੀ ਜਿਵੇਂ ਭੰਗ ਹੁੰਦੀ ਹੈ, ਜ਼ਿਆਦਾ ਭੰਗ ਵੀ ਨਾ ਹੋਣ ਦਿਓ, ਭੰਗ ਨੂੰ ਉੱਗਦੇ ਸਾਰ ਪੱਟ ਦਿਓ ਜਾਂ ਖਤਮ ਕਰ ਦਿਓ। ਪਰ ਉਹੀ ਚੀਜ਼ ਖਸਖਸ ਵੀ ਹੋ ਸਕਦੀ ਹੈਗੀ ਉੱਥੇ। ਹੁਣ ਬੁੱਧੀਜੀਵੀਆਂ ਦਾ ਇਹੀ ਕਹਿਣਾ ਹੈਗਾ ਕਿ ਸਾਰੇ ਬੰਦੇ ਵੀ, ਸਾਰੇ ਜਿੰਨਾ ਵੀ ਪੂਰਾ ਪੰਜਾਬ ਹੈ, ਇਹਨਾਂ ਨੂੰ ਇਕੱਠੇ ਹੋ ਕੇ ਹਰ ਪਿੰਡ ਨੂੰ ਚਾਹੀਦਾ ਕਿ ਮਤਾ ਪਾ ਕੇ ਕਰੋ ਕਿ ਅਸੀਂ ਜਿੰਨੇ ਵੀ ਪੰਚਾਇਤੀ ਜ਼ਮੀਨ ਹੈ ਜਾਂ ਜਿੰਨੇ ਵੀ ਸਾਡੇ ਸਫੇਦੇ ਰਸਤਿਆਂ 'ਚ ਲੱਗੇ ਜਾਂ ਹੋਰ ਲੱਗੇ, ਅਸੀਂ ਇੱਥੇ ਖਸਖਸ ਦਾ ਛਿੱਟਾ ਦੇਵਾਂਗੇ। ਬਿਲਕੁਲ।
ਤੇ ਜਿੱਥੇ ਭੰਗ ਉੱਗਦੀ ਆ ਉੱਥੇ ਖਸਖਸ ਵੀ ਉੱਗੇ। ਇਹ ਖਾਲਸਾ ਜਿਸ ਤਰ੍ਹਾਂ ਅਸੀਂ ਉਹਦਾ ਤੁਸੀਂ ਵਪਾਰ ਨਾ ਕਰੀਏ, ਪਰ ਉਹ ਉੱਗਣੀ ਚਾਹੀਦੀ ਤਾਂ ਕਿ ਆਮ ਬੰਦਾ ਜਿਹੜਾ ਟੀਕੇ ਲਾ ਕੇ ਮਰ ਰਿਹਾ ਹੋਰ ਹੋ ਰਿਹਾ ਉਹ ਮਰੇ ਨਾ ਤੇ ਆਪਣੀ ਤੋੜ ਪੂਰੀ ਕਰ ਸਕੇ। ਵੀ ਇੱਕ ਆਯੁਰਵੈਦਿਕ ਜੜੀ ਬੂਟੀ ਦਾ ਕੰਮ ਹੈ। ਬਾਹਰਲੇ ਮੁਲਕਾਂ ਦੇ ਵਿੱਚ ਇਹ ਕੰਮ ਕਾਫੀ ਮੁਲਕਾਂ ਦੇ ਵਿੱਚ ਲੀਗਲ ਕਰ ਦਿੱਤਾ ਗਿਆ। ਕੈਨੇਡਾ ਅਮਰੀਕਾ ਦੇ ਵਿੱਚ ਇਹ ਚੀਜ਼ਾਂ ਵੀ ਡਰੱਗ ਸਟੋਰਾਂ ਦੇ ਵਿੱਚ ਆਮ ਮਿਲਦੀਆਂ ਵੀ ਭਾਵੇਂ ਉਹ ਸੁਲਫਾ ਹੋ ਗਿਆ, ਭਾਵੇਂ ਫੀਮ ਹੋ ਗਈ, ਡੋਡੇ ਹੋ ਗਏ, ਉੱਥੇ ਤੁਸੀਂ ਕੋਰੀਅਰ ਮੰਗਾਉਂਦੇ ਹੋ ਤੇ ਕੋਰੀਅਰ ਤੇ ਆ ਜਾਂਦੀਆਂ ਚੀਜ਼ਾਂ। ਤੇ ਉਹ ਚੀਜ਼ਾਂ ਸਾਡੇ ਇੱਥੇ ਕਿਉਂ ਨਹੀਂ ਹੈ? ਜਿਵੇਂ ਕਹਿ ਦਈਏ ਕਿ ਬਾਹਰ ਬਲੈਕ ਹੁੰਦੀ ਸੀ ਵੀ ਜ਼ਿਆਦਾਤਰ ਵੀ ਮੈਰੂਆਨਾ ਕਹਿੰਦੇ ਆ ਜਿਹਨੂੰ, ਵੀ ਭੰਗ ਕਹਿੰਦੇ ਆ, ਗਾਂਜਾ ਕਹਿ ਦਿੰਦੇ ਆ, ਉਹਦੀ ਬਲੈਕ ਬਹੁਤ ਹੁੰਦੀ ਸੀ। ਪਰ ਜਦੋਂ ਉਹਨੂੰ ਲੀਗਲ ਕਰ ਦਿੱਤਾ ਗਿਆ ਉਹਦੀ ਬਲੈਕ ਬੰਦ ਹੋ ਗਈ। ਹੁਣ ਜੇ ਇਹ ਬਲੈਕ ਖਸਖਸ ਦੀ ਜਾਂ ਫੀਮ ਦੀ ਜਾਂ ਡੋਡਿਆਂ ਦੀ ਬਲੈਕ ਬੰਦ ਕਰਦੇ ਆ ਤਾਂ ਅੱਧੇ ਤੋਂ ਜ਼ਿਆਦਾ ਜਿਹੜੇ ਮਿਨਿਸਟਰ ਜਿਹੜੇ ਇਸ ਚੀਜ਼ ਦਾ ਵਪਾਰ ਕਰਦੇ ਹੈਗੇ, ਚਿੱਟੇ ਦਾ, ਫੀਮ ਦਾ ਤੇ ਹੋਰਾਂ ਦਾ, ਉਹਨਾਂ ਦੇ ਵਪਾਰ ਬੰਦ ਹੁੰਦੇ ਆ। ਤਾਂ ਕਰਕੇ ਅਗਲਿਆਂ ਨੇ ਆਪਣਾ ਵਪਾਰ ਬੰਦ ਹੋਣ ਤੋਂ ਬਚਾਉਣ ਦੇ ਲਈ ਅਗਲੇ ਚਾਹੁੰਦੇ ਨਹੀਂ ਹੈਗੇ ਕਿ ਇੱਥੇ ਕੋਈ ਸੈਂਟਰ ਖੋਲ੍ਹਣ। ਉਹ ਅਗਲੇ ਚਾਹੁੰਦੇ ਨਹੀਂ ਹੈਗੇ ਕਿ ਇੱਥੇ ਫੀਮ ਤੇ ਡੋਡੇ ਆਮ ਹੋਣ, ਇੱਥੇ ਵੀ ਆਮ ਪਬਲਿਕ ਹੋਣ। ਵੀ ਨੌਜਵਾਨ ਪੀੜ੍ਹੀ ਦੀ ਕੋਈ ਪਰਵਾਹ ਨਹੀਂ, ਉਹਨਾਂ ਨੂੰ ਨੌਜਵਾਨ ਪੀੜ੍ਹੀ ਦੀ ਕੋਈ ਪਰਵਾਹ ਨਹੀਂ ਜੀ। ਇਹ ਸਿਰਫ ਥਾਲੀ ਚੱਟ ਕੁੱਤੇ ਹੈਗੇ ਆ, ਉਹ ਵੀ ਝੂਠੀ ਥਾਲੀ ਚੱਟ। ਵੀ ਜਿਹੜਾ ਵੱਡੇ ਬੰਦਿਆਂ ਨੇ ਖਾ ਲਿਆ, ਪਿੱਛੇ ਝੂਠਾ ਬਚ ਗਿਆ ਨਾ, ਉਹ ਚੱਟਣ ਕੇ ਅਗਲੇ ਕਹਿੰਦੇ ਸਾਨੂੰ ਚੱਟ ਕੇ ਕੁਛ ਮਿਲ ਜੇ। ਇਹ ਉਨੇ ਕੁ ਜੋਗੇ ਰਹਿ ਗਏ। ਇਹਨਾਂ ਨੂੰ ਕਿਸੇ ਨੂੰ ਵੀ ਨਵਾਂ ਕਹਿ ਦਈਏ ਕੋਈ ਕ੍ਰਾਂਤੀਕਾਰੀ ਲੀਡਰ ਨਹੀਂ ਹੈਗਾ ਜਿਹੜਾ ਕੋਈ ਕਹੇ ਕਿ ਵੀ ਮੈਨੂੰ ਇੱਥੇ ਵੀ ਲੋਕਾਂ ਦੀ ਪਰਵਾਹ ਹੈਗੀ ਹੈ। ਜਿਵੇਂ ਇੱਕ ਕੋਈ ਆਜ਼ਾਦੀ ਵੇਲੇ ਸੀਗੇ, ਉਹਨਾਂ ਨੂੰ ਸਰ ਚੌਧਰੀ ਕਹਿੰਦੇ ਸੀਗੇ ਕੁਛ, ਤੇ ਵੀ ਉਹਨਾਂ ਨੂੰ ਲੋਕਾਂ ਦੀ ਪਰਵਾਹ ਸੀਗੀ, ਜਿਹੜੇ ਕਿਸਾਨਾਂ ਲਈ ਬੋਲਦੇ ਸੀ ਜਾਂ ਹੋਰ। ਤੇ ਉਸੇ ਮਤਲਬ ਲੀਡਰ ਬਹੁਤ ਘੱਟ ਆਉਂਦੇ ਆ ਜਿਹੜੇ ਕਹਿ ਦਈਏ ਕਿ ਜਿਵੇਂ ਉਹ ਸੀਗਾ ਜਿਹੜਾ ਸਾਡਾ ਇੱਕ PMC ਜਿਹੜਾ ਨੂੰ ਮਾਰ ਦਿੱਤਾ ਗਿਆ ਸੀਗਾ, ਲਾਲ ਬਹਾਦਰ ਸ਼ਾਸਤਰੀ ਸੀਗੇ ਕਿਹੜੇ, ਸ਼ਾਇਦ ਉਹੀ ਸੀਗਾ ਮੇਰੇ ਖਿਆਲ ਨਾਲ। ਤੇ ਉਸੇ ਮਾਰ ਦਿੱਤੇ ਗਏ ਸੀ। ਜਿਹੜੇ ਕਿ ਲੋਕਾਂ ਦੀ ਜ਼ਿਆਦਾਤਰ ਪਰਵਾਹ ਕਰਦੇ ਆ ਨਾ, ਉਹ ਲੋਕ ਆਪਣੇ ਸਿਸਟਮ ਦੇ ਵਿੱਚ ਚੁੱਭਦੇ ਆ ਲੋਕਾਂ ਨੂੰ। ਅਗਲੇ ਕਹਿੰਦੇ ਨਾ ਖਾਵਾਂਗੇ ਨਾ ਖਾਣ ਦੇਵਾਂਗੇ, ਉਸੇ ਬੰਦੇ ਨੂੰ ਮਾਰ ਦਿੰਦੇ ਆ। ਹੁਣ ਮੋਦੀ ਜੀ ਦਾ ਨਾਰਾ ਹੈ, ਕਹਿੰਦੇ ਨਾ ਖਾਵਾਂਗੇ ਨਾ ਖਾਣ ਦੇਵਾਂਗੇ, ਤੇ ਉਹ ਤਾਂ ਸਭ ਤੋਂ ਜ਼ਿਆਦਾ ਅਡਾਨੀ ਤਾਂ ਸਭ ਤੋਂ ਜ਼ਿਆਦਾ ਖਾ ਰਿਹਾ। ਤੇ ਇਹ ਤਾਂ ਉਹ ਕਿਸਾਨੀ ਮੋਰਚੇ ਦੇ ਵਿੱਚ ਲੋਕਾਂ ਨੂੰ ਅਕਲ ਆ ਗਈ ਜਿਹੜੇ 3 ਕਾਨੂੰਨ ਮੰਨੇ ਨਹੀਂ ਤਾਂ ਇਹਨਾਂ ਨੇ ਤਾਂ ਬਸ ਬਿਠਾਤੀ ਸੀ ਈਸਟ ਇੰਡੀਆ ਕੰਪਨੀ ਸਾਡੇ ਸਿਰ ਤੇ ਲਿਆ ਕੇ। ਤੇ ਅਸੀਂ ਤਾਂ ਪਹਿਲਾਂ ਹੀ ਆ ਗਏ ਸੀ, ਨਾ ਅਸੀਂ ਕੇਸ ਕਰ ਸਕਦੇ ਸੀ ਨਾ ਕੁਝ ਕਰ ਸਕਦੇ ਸੀ, ਤੇ ਅਸੀਂ ਉਹਨਾਂ ਦੇ ਥੱਲੇ ਆ ਗਏ ਸੀਗੇ ਕੰਪਨੀਆਂ ਦੇ। ਵੀ ਉਹੀ ਅਡਾਨੀ ਅੰਬਾਨੀ, ਉਹਦਾ ਹੁਣ ਇਲੈਕਸ਼ਨਾਂ ਦੇਖ ਕੇ ਮੋਦੀ ਜੀ ਉਹਨੂੰ ਆਪਣੇ ਤੋਂ ਦੂਰ ਕਰ ਰਹੇ। ਨਹੀਂ ਤਾਂ ਅਡਾਨੀ ਜੀ ਕਿੱਥੇ ਜਿਗਰੀ ਯਾਰ ਸੀਗੇ, ਅੱਜ ਮਤਲਬ ਮੱਥੇ ਤੂੜੀ ਪੈ ਜਾਂਦੀ ਹੈ ਇੱਕ ਦੂਜੇ ਨੂੰ ਦੇਖ ਕੇ। ਇਹ ਜਿਸ ਤਰ੍ਹਾਂ ਖਾਲਸੇ ਆਪਣਾ ਨਸ਼ੇ ਵੀ ਇੱਕ ਬਹੁਤ ਵੱਡਾ ਸਾਡਾ ਚਿੰਤਾ ਦਾ ਵਿਸ਼ਾ ਵਾ, ਉੱਥੇ ਨਾਲ ਦੇ ਨਾਲ ਧਰਮ ਪਰਿਵਰਤਨ ਹੋ ਰਹੇ ਆ ਸਿੱਖਾਂ ਦੇ ਵਿੱਚ। ਮਜਬੂਰੀ ਵਸ ਹੋ ਕੇ ਇਹ ਲੋਕ ਧਰਮ ਪਰਿਵਰਤਨ ਕਰਦੇ ਆ। ਕੀ ਕਾਰਨ ਹੈ ਕਿ ਸਾਡੀ SGPC ਦਾ ਕੋਈ ਫਰਜ਼ ਨਹੀਂ ਬਣਦਾ ਕਿ ਸਿੱਖਾਂ ਦੀ ਸਾਰ ਲੈਣਾ? ਦੇਖੋ ਜੀ, SGPC ਦਾ ਬਹੁਤ ਵੱਡਾ ਫਰਜ਼ ਹੈਗਾ, ਪਰ ਚੱਕਰ ਇਹ ਹੈ ਕਿ SGPC ਸਾਡੇ ਗਲਤ ਹੱਥਾਂ ਦੇ ਵਿੱਚ ਫਸੀ ਹੋਈ ਹੈ। ਕਿਉਂਕਿ ਸਾਡੇ ਪਹਿਲਾਂ ਹੀ ਜ਼ਿਆਦਾਤਰ 5 ਤਖਤਾਂ ਵਿੱਚੋਂ 3 ਤਖਤ ਤਾਂ ਲਾ ਲਓ ਸਿੱਧਾ ਹੀ RSS ਦੇ ਅੰਡਰ ਹੀ ਚੱਲਦੇ ਪਏ ਪਹਿਲਾਂ। ਵੀ ਇੱਕ ਪਟਨਾ ਸਾਹਿਬ ਦਾ ਲਾ ਲਓ, ਹਜੂਰ ਸਾਹਿਬ ਦਾ ਲਾ ਲਓ, ਜਾਂ ਜਿੰਨੇ ਵੀ ਲਾ ਲਓ, ਇੱਕ BJP ਵਾਲਾ ਇਹ ਬਿਠਾਤਾ, ਬਾਦਲ ਹੋਰੀ ਬਿਠਾਏ ਹੋਏ ਆ ਵੀ ਜਿਨ੍ਹਾਂ ਨੇ ਫੈਸਲੇ ਕਰਨੇ ਆ ਕਿ ਸਿੱਧਾ ਇੱਕ ਤਰ੍ਹਾਂ ਨਾਲ RSS ਦੇ ਹੀ ਜ਼ਿਆਦਾਤਰ ਹਿੰਦੂ ਬੰਦੇ ਉੱਥੇ ਦੇ ਮੁਖੀ ਜਾਂ ਮੋਢੀ ਬਣਾਏ ਜਾਂਦੇ ਆ। ਤੇ ਇਹਨਾਂ ਦੇ ਥਰੂ ਹੀ ਮਤਲਬ ਚਿੱਠੀਆਂ ਚਲ ਜਥੇਦਾਰ ਨਿਕਲਦੇ, ਹੋਰ ਨਿਕਲਦਾ ਹੈਗਾ। ਤੇ ਅਸੀਂ ਗੱਲ ਕਿਹਦੀ ਕਰੀਏ? ਸਾਡਾ ਜਥੇਦਾਰ ਤਾਂ ਖੁਦ ਨਹੀਂ ਅਸੀਂ ਚੁਣ ਸਕਦੇ ਇੱਥੇ। ਸਾਡੇ ਮੈਨੂੰ ਤਾਂ ਉਹਨਾਂ ਲੋਕਾਂ ਤੇ ਅਫਸੋਸ ਹੁੰਦਾ ਜਿਹੜੇ ਸਾਡੇ ਜਵਾਨ ਭਾਈ ਭੈਣ ਹੈਗੇ ਆ। ਵੀ ਇਹ ਲੋਕਾਂ ਨੂੰ ਚਾਹੀਦਾ ਹੈਗਾ ਕਿ ਤੁਸੀਂ ਇੱਥੇ ਆਪਣਾ 17 ਸਾਲ 18 ਸਾਲ ਦੇ ਹੋਣ ਤੇ ਖੁਸ਼ੀ ਮਨਾਉਂਦੇ ਹੋ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ। ਤੇ ਤੁਸੀਂ ਭਾਰਤ ਦੀ ਸਰਕਾਰ ਜਾਂ ਭਾਰਤ ਦਾ PM ਜਾਂ CM ਬਾਅਦ ਚੁਣਨਾ ਤੁਸੀਂ ਪੰਜਾਬ ਦਾ, ਪਹਿਲਾਂ ਤੁਸੀਂ SGPC ਦਾ ਮੈਂਬਰ ਆਪਣਾ ਕਾਰਡ ਤਾਂ ਬਣਾਓ, ਵੀ ਸਾਬਤ ਸੂਰਤ ਹੋ ਕੇ ਤੁਸੀਂ SGPC ਦੇ ਮੈਂਬਰ ਬਣੋ, ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੋਏ। ਤੇ ਕਿਹਾ ਜਾਂਦਾ ਸਹਿਜਧਾਰੀ ਵੀ ਵੋਟ ਪਾ ਸਕਦਾ, ਸਹਿਜਧਾਰੀ ਵੀ ਪਾ ਸਕਦਾ ਜੀ, ਉਹ ਹੋਣਾ ਚਾਹੀਦਾ ਹੈਗਾ। ਬਾਕੀ ਜੇ ਨਹੀਂ ਪਾਉਂਦੇ ਤਾਂ ਤੁਸੀਂ ਦਾੜੀ ਪ੍ਰਕਾਸ਼ ਕਰਨ ਨੂੰ ਕਿਹਾ ਜਾਂਦਾ ਜੀ। ਜਿਵੇਂ ਸੰਤ ਭਿੰਡਰਾਂ ਵਾਲੇ ਕਹਿੰਦੇ ਸੀਗੇ, ਕਹਿੰਦੇ ਕਿ ਮੁੰਡੇ ਨੂੰ ਕਹਿੰਦੇ ਮੁੰਡਿਆ ਕਿੰਨਾ, ਕਹਿੰਦਾ ਡੋਲੇ ਬੜੇ ਬਣਾਏ ਆ, ਕਿੰਨਾ ਕੁ ਵਜਨ ਚੱਕ ਲੈਣਾ? ਕਹਿੰਦਾ ਜੀ ਮੈਂ 80-90 ਕਿਲੋ ਵਜਨ ਚੱਕ ਲੈਣਾ। ਕਹਿੰਦੇ ਫਿਰ ਠੀਕ ਹੈ, ਕਹਿੰਦੇ ਕਿ ਜੇ 80-90 ਕਿਲੋ ਤੂੰ ਵਜਨ ਚੱਕ ਸਕਦਾ ਤਾਂ ਦਾੜੀ ਦਾ ਕਿੰਨਾ ਕੁ ਭਾਰ ਆ ਤੇਰੀ ਦਾ? ਤਾਂ ਦਾੜੀ ਦਾ ਭਾਰ ਨਹੀਂ ਚੱਕ ਸਕਦਾ ਜਦੋਂ ਤੂੰ 80-90 ਕਿਲੋ ਵਜਨ ਚੱਕ ਸਕਦਾ, ਦਾੜੀ ਦਾ ਕਿੰਨਾ ਕੁ ਭਾਰ ਹੈਗਾ? ਤੂੰ ਦਾੜੀ ਦਾ ਭਾਰ ਨਹੀਂ ਚੱਕ ਸਕਦਾ। ਉਸ ਮੁੰਡੇ ਨੂੰ ਉੱਥੋਂ ਇੰਨੀ ਸ਼ਰਮ ਆਈ ਕਿ ਉਹ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਸੀ। ਤੇ ਉਹੀ ਹੈ ਕਿ ਸਾਨੂੰ ਦਾੜੀ ਦਾ ਕਿੰਨਾ ਕੁ ਭਾਰ ਲੱਗਦਾ ਹੈ ਜੀ। ਜਦੋਂ ਅਸੀਂ ਕਟਾਉਂਦੇ ਹਾਂ, ਅਸੀਂ ਬੰਦਾ ਕਹਿੰਦਾ ਮੈਂ ਬਹੁਤ ਸਮਾਰਟ ਲੱਗਦਾ, ਮੈਂ ਫਿਲਮ ਸਟਾਰ ਬਣ ਜਾਣਾ, ਹੋਰ ਬਣ ਜਾਣਾ। ਤੂੰ ਵੀਰੇ ਫਿਲਮ ਸਟਾਰ ਬਾਅਦ ਚ ਬਣੀ, ਸਾਡੇ ਪਹਿਲਾਂ ਗੁਰੂ ਦਾ ਪੁੱਤ ਤਾਂ ਬਣ ਜਾ, ਗੁਰੂ ਦਾ ਸਿੱਖ ਤਾਂ ਬਣ ਜਾ। ਗੁਰੂ ਨੇ ਤਾਂ ਪੁੱਤ ਬਣਾਇਆ ਸਾਨੂੰ। ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਫਿਰ ਪਹਿਲਾਂ ਗੁਰੂ ਦਾ ਪੁੱਤ ਤਾਂ ਬਣ ਜਾ, ਗੁਰੂ ਦਾ ਪੁੱਤ ਬਣ ਕੇ ਤੈਨੂੰ SGPC 'ਚ ਵੋਟ ਪਾਉਣ ਦਾ ਅਧਿਕਾਰ ਮਿਲੂਗਾ। ਅਸੀਂ ਆਪਣੀ SGPC ਦਾ ਖੁਦ ਦਾ ਮੁਖੀ ਚੁਣ ਸਕਦੇ ਹਾਂ। ਸਾਡੇ ਜਿਹੜੇ ਅੱਜ ਮੁਖੀ ਗਲਤ ਬੈਠੇ ਆ, ਗੱਲਾਂ ਖਾ ਰਹੇ ਆ, ਵੀ ਇੱਥੇ ਗੋਲਕ ਦਾ ਰੌਲਾ ਪਾਈ ਬੈਠੇ ਆ, ਉਹਨਾਂ ਨੂੰ ਜੇ ਹਟਦੇ ਆ ਉੱਥੋਂ ਅਸੀਂ ਫ੍ਰੀ ਐਜੂਕੇਸ਼ਨ ਦੇ ਸਕਦੇ ਹਾਂ। ਅਸੀਂ ਫ੍ਰੀ ਦੇ ਵਿੱਚ ਹਸਪਤਾਲ ਖੋਲ੍ਹ ਸਕਦੇ ਹਾਂ ਕਿ ਜਿਹੜਾ ਵੀ ਕੋਈ ਪੰਜਾਬੀ ਹੈ ਜਾਂ ਖਾਲਸਾ ਹੈਗਾ ਜਾਂ ਰਾਗੀ ਪਾਠੀ ਦਾ, ਕਿਸੇ ਦਾ ਵੀ ਬੱਚਾ ਸਿੱਖਾਂ ਦਾ, ਜਾਂ ਅਸੀਂ ਇਹ ਨਹੀਂ ਕਹਿੰਦੇ ਸਿਰਫ ਸਿੱਖਾਂ ਦਾ, ਵੀ ਕਿਸੇ ਦਾ ਵੀ ਆ ਕੇ ਉੱਥੇ ਫ੍ਰੀ ਦਾ ਇਲਾਜ ਕਰਾ ਸਕੇ।
ਵੀ ਸੰਗਤ ਦੇ ਵਿੱਚ ਇੰਨੇ ਬੰਦੇ ਬੈਠੇ ਆ ਕਿ ਜੇ ਤੁਸੀਂ ਸੰਸਥਾਵਾਂ ਦੇ ਅੱਡ ਚੈਰੀਟੇਬਲ ਸੰਸਥਾਵਾਂ ਵੀ ਖੋਲ੍ਹ ਲੈਣ ਤਾਂ ਲੋਕ ਸੰਗਤ ਉਹਨਾਂ ਨੂੰ ਵੀ ਪੈਸੇ ਦੇਣ ਨੂੰ ਤਿਆਰ ਹੈ। ਪਰ ਸਾਡੇ ਐਸਜੀਪੀਸੀ ਕੋਲ ਇੰਨਾ ਪੈਸਾ ਆਉਂਦਾ, ਅਸੀਂ ਇੱਥੇ ਫ੍ਰੀ ਦੇ ਹਸਪਤਾਲ ਕਿਉਂ ਨਹੀਂ ਖੋਲ੍ਹਦੇ ਜਿਹਦੇ ਵਿੱਚ ਪੰਜਾਬੀਆਂ ਦਾ ਵੀ ਫ੍ਰੀ ਦੇ ਵਿੱਚ ਇਲਾਜ ਹੋਏ। ਐਜੂਕੇਸ਼ਨ ਦੀ ਬਹੁਤ ਲੋੜ ਹੈ ਜੀ ਇਸ ਟਾਈਮ। ਐਜੂਕੇਸ਼ਨ ਸਾਡੇ ਪਿੱਛੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ, ਸਿੱਖਾਂ ਦੇ ਬੱਚੇ 2 ਨਹੀਂ ਜ਼ਿਆਦਾ ਹੋਣੇ ਚਾਹੀਦੇ ਆ। ਪਰ ਉੱਥੇ ਇੱਕ ਸਵਾਲ ਉੱਠਦਾ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਪੜ੍ਹਾਉਣ ਦੀ, ਐਜੂਕੇਸ਼ਨ ਦੀ ਜਾਂ ਉਹਦੀ ਸਿਹਤ ਲਈ ਕੀ ਪ੍ਰਬੰਧ ਕੀਤਾ ਗਿਆ ਐਸਜੀਪੀਸੀ ਵੱਲ? ਦੇਖੋ ਜੀ, ਇਹ ਚੀਜ਼ਾਂ ਕਹਿਣ ਦੀਆਂ ਤਾਂ ਹਰਪ੍ਰੀਤ ਸਿੰਘ ਜੀ ਕੰਨੀ, ਜਥੇਦਾਰ ਜੀ ਕੰਨੀ ਤੋਂ ਕਹਿਣੀਆਂ ਆਸਾਨ ਹੈਗੀਆਂ ਤੇ ਕਰਨੀਆਂ ਥੋੜ੍ਹੀ ਮੁਸ਼ਕਿਲ ਹੈ। ਇੰਨੀਆਂ ਮੁਸ਼ਕਿਲ ਨਹੀਂ ਆ, ਕੀਤੀਆਂ ਜਾ ਸਕਦੀਆਂ। ਪਰ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਐਸਜੀਪੀਸੀ ਨੂੰ ਆਜ਼ਾਦ ਕਰਾਉਣਾ ਪੈਣਾ ਹੈਗਾ। ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਹੈਗੀ ਆ ਉਹਨਾਂ ਦੇ ਅੰਡਰ ਗਈ ਹੋਈ ਹੈ, ਪਹਿਲਾਂ ਤਾਂ ਉਹਨੂੰ ਆਜ਼ਾਦ ਕਰਾਉਣਾ ਜ਼ਰੂਰੀ ਹੈ। ਉਸ ਤੋਂ ਬਾਅਦ ਕਹਿ ਦਈਏ ਕਿ ਗੱਲ ਉਹਨਾਂ ਦੀ ਠੀਕ ਹੈ, ਸਾਡੇ ਵੀ ਬੱਚੇ 4 ਜਾਂ 5 ਹੋਣੇ ਚਾਹੀਦੇ ਆ ਜਾਂ ਘੱਟੋ ਘੱਟ 7-8 ਹੋਣੇ ਚਾਹੀਦੇ ਆ। ਅੱਛਾ ਜੀ, ਠੀਕ ਹੈ ਜੀ। ਇਹ ਹੈ ਕਿ ਅਸੀਂ ਜੇ ਪਾਲਦੇ ਹਾਂ, ਅਸੀਂ ਜੇ ਮੰਨ ਲਓ ਜੀ ਕਿਸੇ ਦੇ 1-2 ਬੱਚੇ ਪਾਲੇ ਆ। ਹੁਣ ਸਿੱਧੂ ਮੂਸੇਵਾਲੇ ਦਾ ਇੱਕ ਬੱਚਾ ਸੀ, ਜੇ ਸਿੱਧੂ ਮੂਸੇਵਾਲਾ ਮਾਂ-ਬਾਪ ਦਾ ਇਕੱਲਾ ਬੱਚਾ ਸੀ, ਮਰ ਗਿਆ ਵਿਚਾਰਾ, ਕੀ ਰਹਿ ਗਿਆ ਪਿੱਛੇ ਉਹਨਾਂ ਦੇ ਪੱਲੇ? ਘੱਟੋ ਘੱਟ 3-4 ਹੁੰਦੇ ਆ। ਬੰਦਾ ਕਹਿੰਦਾ ਚਲੋ ਜੀ 1-2 ਕਿਸੇ ਨਰਕ ਦੇ, ਕਿਤੇ ਨਸ਼ੇ ਦੇ ਨਰਕ 'ਚ ਗਿਰ ਕੇ ਗਰਕ ਹੋ ਗਏ, 1-2 ਨਸ਼ੇ 'ਚ ਗਿਰ ਕੇ ਮਰ ਗਏ ਜਾਂ ਹੋਰ ਹੋ ਗਏ। ਬੰਦਾ ਕਹਿੰਦਾ 1-2 ਪਿੱਛੇ ਲਾਇਕ ਤਾਂ ਬਚੇ ਜਿਹੜੇ ਮਾਂ ਪਿਓ ਨੂੰ ਸੰਭਾਲ ਸਕਦੇ ਆ। ਉੱਦਾਂ ਦੇ ਘੱਟੋ ਘੱਟ ਥੋੜੇ 4-5 ਤਾਂ ਹੋਣੇ ਚਾਹੀਦੇ ਆ। ਵੀ 2 ਜੇ ਕਹਿ ਦੋ ਕਿ ਵੀ ਅੱਜ ਕੱਲ੍ਹ ਦੇ ਵਿੱਚ ਤੁਸੀਂ 2 ਨਹੀਂ ਵੀ ਪੜ੍ਹਾ ਸਕਦੇ, ਜਾਂ 2 ਮਤਲਬ ਨਸ਼ੇ 'ਚ ਪੈ ਕੇ ਖਰਾਬ ਹੋ ਗਏ, ਪਿੱਛੋਂ 2 ਰਹਿ ਗਏ। ਵੀ 1 ਤੁਸੀਂ ਕੌਮ ਦੇ ਲੇਖੇ ਲਾ ਦਿਓ, 1 ਜਾਂ 2 ਤੁਸੀਂ ਕਹੋਗੇ ਵੀ ਇਹ ਗੁਰੂ ਪ੍ਰਚਾਰ ਦੇ ਲਈ ਹੈ, ਸਿਰਫ ਪ੍ਰਚਾਰਕ ਹੈਗੇ ਆ, ਵੀ ਇਹ ਧਰਮ ਦੇ ਲਈ ਵੀ ਜੀਣਗੇ ਜਾਂ ਪ੍ਰਚਾਰ ਕਰਨਗੇ ਜਾਂ ਜਿੱਦਾਂ ਵੀ ਲਾ ਲਓ। ਤੇ ਉੱਦਾਂ ਦੇ ਹੋਣ ਤਾਂ ਕਿ ਸਾਡੀ ਜਿੱਦਾਂ ਆਬਾਦੀ ਘਟਾਈ ਗਈ ਹੈ, ਜਿੱਦਾਂ ਸਾਡਾ ਘਾਣ ਕੀਤਾ ਗਿਆ, ਵੀ ਮੰਨ ਲਓ 84 ਵੇਲੇ, 85 ਵੇਲੇ, 99 ਤੱਕ ਖੁਸ਼ੀ ਹੋਈ ਸਾਰੀ। ਆਪਰੇਸ਼ਨ ਬਲੈਕ ਥੰਡਰ 1, ਆਪਰੇਸ਼ਨ ਬਲੈਕ ਥੰਡਰ 2, ਫਿਰ ਆਪਰੇਸ਼ਨ ਰੋਜ਼ਵੁੱਡ, ਇੰਨਾ ਜ਼ਿਆਦਾ ਕਤਲੇਆਮ ਹੋਇਆ ਸਿੱਖਾਂ ਦਾ। ਸਾਡੀ ਤਾਂ ਆਬਾਦੀ ਘਟਾ ਕੇ ਇਹਨਾਂ ਨੇ ਮਾਰ ਹੀ ਦਿੱਤਾ ਇੱਕ ਤਰ੍ਹਾਂ ਨਾਲ। ਤੇ ਸਾਨੂੰ ਆਬਾਦੀ ਵਧਾਉਣ ਦੀ ਲੋੜ ਹੈਗੀ ਹੈ। ਸਿਰਫ ਸਾਨੂੰ ਇਹ ਨਹੀਂ ਕਿ ਅਸੀਂ ਸਿਰਫ 4-5 ਹੋਈਏ, ਵੀ ਸਾਨੂੰ ਚਾਹੀਦਾ ਕਿ 5-6-7 ਜਿੰਨੇ ਵੀ ਜੰਮ ਸਕਦੇ ਹਾਂ ਅਸੀਂ ਬੱਚੇ ਉਹਨੇ ਜੰਮੀਏ। ਪਰ ਅਸੀਂ ਜੰਮ ਕੇ ਸਿੱਟ ਨਾ ਦਈਏ। ਸਾਨੂੰ ਗੁਰੂਆਂ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਈਏ। ਤਾਲੀਮ ਕਿਸ ਤਰ੍ਹਾਂ ਹੋਊਗੀ ਜਦ ਐਸਜੀਪੀਸੀ ਦਾ ਕੋਈ ਸਾਥ ਨਹੀਂ ਦਿੰਦੀ? ਦੇਖੋ ਜੀ, ਐਸਜੀਪੀਸੀ ਦੇ ਤਲਾਕ ਨਹੀਂ ਦਿੰਦੀ ਨਾ, ਉਹ ਮਤਲਬ ਵੀ ਸਾਥ ਨਹੀਂ ਦਿੰਦੀ। ਤਾਂ ਸਾਡੇ ਕੋਲ ਇੰਨਾ ਕੁ ਦਿਮਾਗ ਹੈ ਪਰਮਾਤਮਾ ਦੀ ਮਿਹਰ ਦੇ ਨਾਲ। ਦੇਖੋ ਹੁਣ ਪਿੱਛੇ ਜੇ ਕਰੋਨਾ ਕਾਲ ਆਇਆ, ਬੱਚੇ YouTube ਉੱਤੇ ਆਪਾਂ ਪੜ੍ਹਾਉਂਦੇ ਹਾਂ, ਸਾਰੀ ਚੀਜ਼ਾਂ ਕਰਦੇ ਹਾਂ। ਪਹਿਲੀ ਤੋਂ ਲੈ ਕੇ 8ਵੀਂ ਕਲਾਸ ਤੱਕ ਤੁਸੀਂ ਦੇਖ ਲਓ ਬੱਚਿਆਂ ਦੀ, ਅੱਜ ਤੋਂ ਲੈ ਕੇ 10 ਸਾਲ ਦੇ ਕਾਇਦੇ ਚੱਕ ਲਓ, ਪਹਿਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਇੱਕੋ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ। ਹਰ ਸਾਲ ਕਿਤਾਬਾਂ ਦੇ ਵਿੱਚ ਥੋੜ੍ਹਾ ਜਿਹਾ ਹੇਰ-ਫੇਰ ਕੀਤਾ ਜਾਂਦਾ ਹੈ ਤੇ ਕਿਤਾਬਾਂ ਉਹੀ ਰਹਿੰਦੀਆਂ, ਐਜੂਕੇਸ਼ਨ ਉਹੀ ਰਹਿੰਦੀ ਹੈ ਤੇ ਬਦਲ ਦਿੱਤੀ ਜਾਂਦੀ ਹੈ। ਅਸੀਂ ਉਹੀ ਐਜੂਕੇਸ਼ਨ ਨੂੰ YouTube ਦੇ ਉੱਤੇ ਪਾ ਕੇ ਫ੍ਰੀ ਕਿਉਂ ਨਹੀਂ ਕਰ ਦਿੰਦੇ ਜੀ? ਜਿਵੇਂ ਮੰਨ ਲਓ ਮੈਂ ਇੱਕ ਟਿਊਟਰ ਰੱਖਿਆ ਤੇ ਉਹਨੂੰ ਕਹਾਂ ਕਿ ਤੁਸੀਂ ਰੋਜ਼ ਅੱਧੇ ਘੰਟੇ ਦੀ ਆ ਕੇ ਕਲਾਸ ਦੇਣੀ ਹੈ ਔਰ ਕਰਨੀ ਹੈ, ਮੈਂ ਤੁਹਾਡੇ ਨਾਲ ਰਿਕਾਰਡ ਕਰੂੰਗਾ ਤੇ ਬਸ਼ਰਤੇ ਇਹ ਹੈ ਕਿ ਮੈਂ ਇਸ ਚੀਜ਼ ਨੂੰ YouTube ਤੇ ਫ੍ਰੀ ਪਾਊਂਗਾ। ਵੀ ਇਹ ਪਹਿਲੀ ਕਲਾਸ ਦਾ ਪਹਿਲਾ ਸਬਜੈਕਟ ਦਾ ਚੈਪਟਰ ਹੈ, ਦੂਜਾ ਕਲਾਸ ਇਹ ਹੈ, ਤੀਜੀ ਕਲਾਸ ਇਹ ਹੈ, ਤੇ ਇੱਕ ਪਹਿਲੀ ਕਲਾਸ ਦੇ ਹੋ ਗਏ ਵੀ YouTube ਤੇ ਪਾਏ ਹੋਏ ਚੈਪਟਰ। ਇਹ ਇੰਗਲਿਸ਼ ਦੇ ਹੈ, ਮੈਥਮੈਟਿਕਸ ਦੇ ਹੋਰ ਹੈ, ਬੱਚਾ ਘਰੇ ਬੈਠੇ ਪੜ੍ਹੇ। ਸਾਨੂੰ ਸਕੂਲਾਂ 'ਚ ਭੇਜਣ ਦੀ ਲੋੜ ਕੀ? ਅੱਜ ਕੱਲ੍ਹ ਇੱਕ ਬੱਚਾ ਅਸੀਂ ਪਾਉਂਦੇ ਹਾਂ ਤਾਂ 1 ਲੱਖ ਰੁਪਏ ਸਾਨੂੰ ਸਾਲ ਦਾ ਖਰਚਾ ਪੈ ਜਾਂਦਾ ਹੈ। ਬੱਚਿਆਂ ਦੀ ਯੂਨੀਫਾਰਮ ਦਾ, ਬੱਚਿਆਂ ਦੀ ਬੁੱਕਸ ਦਾ, ਉਦੋਂ ਬਾਅਦ ਜਿਹੜੀ ਕੀ ਆ ਬਿਲਡਿੰਗ ਡੋਨੇਸ਼ਨ ਹੋ ਗਈ, ਹੋਰ ਹੋ ਗਿਆ। ਇਹ ਕਰਦੇ ਮਾਂ-ਬਾਪ 1 ਲੱਖ ਰੁਪਏ ਦੇ ਕਰਜ਼ੇ ਹੇਠਾਂ ਆ ਜਾਂਦੇ ਆ ਬੱਚੇ ਨੂੰ ਪੜ੍ਹਾਉਣ ਦੇ। ਪਰ ਸਾਨੂੰ ਸਰਟੀਫਿਕੇਟ ਮਿਲਦਾ ਸਿਰਫ 8ਵੀਂ ਜਾਂ 10ਵੀਂ ਦਾ ਬੋਰਡ ਦਾ। ਜੇ 8ਵੀਂ ਜਾਂ 10ਵੀਂ ਹੀ ਪੜ੍ਹਨੀ ਆ, ਉਹ ਬੱਚਾ 7ਵੀਂ ਦੇ ਵਿੱਚ ਪੜ੍ਹਨਾ ਸ਼ੁਰੂ ਕਰ ਦੇ ਵੀ 7ਵੀਂ 8ਵੀਂ ਅਸੀਂ ਬੋਰਡ ਦੀ ਕਰਨੀ ਆ, ਤੇ ਉਦੋਂ ਬੰਦਾ ਉਸ ਟਾਈਮ ਪੜ੍ਹਨਾ ਸ਼ੁਰੂ ਕਰੇ। ਉਸ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਆਪਣੇ YouTube ਤੇ ਪੜ੍ਹਾਈਏ। ਹੁਣ ਕਰੋਨਾ ਕਾਲ ਤੇ ਵੀ ਤਾਂ ਬੱਚੇ ਆਪਣੇ ਟੈਬਲੇਟ ਤੇ, ਫੇਸਬੁੱਕ ਤੇ, ਫੋਨ ਤੇ ਦੇਖ ਕੇ ਪੜ੍ਹਦੇ ਰਹੇ ਆ। ਉੱਦਾਂ ਹੀ ਅਸੀਂ YouTube ਨੂੰ ਦੇਖ ਕੇ ਕਿਉਂ ਨਹੀਂ ਪੜ੍ਹ ਲੈਂਦੇ? ਅਸੀਂ ਕਿਸੇ ਸਕੂਲਾਂ ਦੇ ਜਾਂ ਹੋਰਾਂ ਦੇ ਮੁਹਤਾਜ ਕਿਉਂ ਹੋਈਏ? ਅਸੀਂ ਸਕੂਲਾਂ 'ਚ ਜਾਂਦੇ, ਕ੍ਰਿਸਚਨਾਂ ਦੇ ਉੱਤੇ ਕਹਿੰਦੇ ਆ ਜੀ ਤੁਸੀਂ ਪੰਜਾਬੀ ਬੋਲੋਗੇ, ਤੁਹਾਡੇ ਪੰਜਾਬੀ ਬੋਲਣ ਤੇ ਜੁਰਮਾਨਾ ਹੈ। ਸਾਨੂੰ ਖੁਦ ਨੂੰ ਬਚਪਨ 'ਚ ਹੁੰਦਾ ਰਿਹਾ। ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਦੀ ਬਾਉਂਡਰੀ ਵਿੱਚ ਕਿਹਾ ਜਾਂਦਾ ਕਿ ਹਿੰਦੀ ਜਾਂ ਇੰਗਲਿਸ਼ ਹੀ ਪੜ੍ਹੀ ਜਾਊਗੀ। ਬਿਲਕੁਲ ਜੀ, ਬਿਲਕੁਲ। ਇੱਕ ਜਿਹੜੀ ਗੁਰਮੁਖੀ ਭਾਸ਼ਾ ਸਾਡੀ ਗੁਰੂਆਂ ਵੱਲੋਂ ਚਲਾਈ ਗਈ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵੱਲੋਂ ਜਿਹੜੀ 35 ਅੱਖਰੀ ਬਣਾਈ ਗਈ ਸੀ, ਉਹਨੂੰ ਪਿਛਾੜਿਆ ਜਾ ਰਿਹਾ, ਕਿ ਸਾਨੂੰ ਧਰਮ ਤੋਂ ਨਿਖੇੜਿਆ ਜਾ ਰਿਹਾ। ਕੀ ਕਹਿਣਾ ਚਾਹੁੰਦੇ ਜੇ ਪ੍ਰਾਈਵੇਟ ਸਕੂਲਾਂ ਨੂੰ? ਇਹ ਦੇਖੋ ਜੀ, ਇਹ ਪਿਛਾੜਿਆ ਨਹੀਂ ਜਾ ਰਿਹਾ, ਇਹ ਸਿਰਫ ਸਾਨੂੰ ਜੁਰਮਾਨਾ ਨਹੀਂ ਲਾਇਆ ਜਾ ਰਿਹਾ, ਸਾਡੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਸਾਡੀ ਮਾਂ ਬੋਲੀ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਇੱਕ ਤਰ੍ਹਾਂ ਨਾਲ। ਸਗੋਂ ਮੈਂ ਤਾਂ ਕਹਿੰਦਾ ਜੀ ਅਗਲੇ ਜੁਰਮਾਨਾ ਲਾਉਂਦੇ ਆ ਕਿ ਤੁਹਾਨੂੰ ਪੰਜਾਬੀ ਬੋਲੇ ਤੇ ਤੁਹਾਡੇ ਸਕੂਲ 'ਚ ਜੁਰਮਾਨਾ ਆਣਾ, ਬੰਦਾ ਕਹੇ ਕਿ ਜੀ ਦੱਸੋ ਜੀ ਕਿੰਨਾ ਜੁਰਮਾਨਾ, ਅੱਜ ਦਾ ਇੰਨਾ ਹੈ, ਤੁਸੀਂ ਮੇਰੇ ਤੋਂ ਡਬਲ ਲਓ ਜੀ, ਮੈਂ ਦੁੱਗਣਾ ਕਰੂੰਗਾ, ਮੈਂ ਪਰ 24 ਘੰਟੇ ਮੈਂ ਪੰਜਾਬੀ 'ਚ ਬੋਲਾਂਗਾ। ਬੋਲਣੀ ਪੰਜਾਬੀ ਨਾਲ ਦੂਜਿਆਂ ਨੂੰ ਵੀ ਬੋਲਣ ਲਾ, ਤੁਸੀਂ ਜੁਰਮਾਨਾ 50 ਰੁਪਏ ਲਾਉਂਦੇ ਹੋ, ਕੋਈ ਨਹੀਂ ਲਾਓ ਪੰਜਾਬੀ ਦਾ ਜੁਰਮਾਨਾ। ਇੱਕ ਦਿਨ ਦਾ 50 ਰੁਪਏ ਲਾਓਗੇ ਤੇ ਇਹ ਤਾਂ ਨਹੀਂ ਕਿ ਇੱਕ ਵਾਰੀ ਬੋਲੇ ਤੇ 50 ਰੁਪਏ ਲਾ ਦੋਗੇ। ਜੇ ਇੱਕ ਵਾਰੀ ਬੋਲੇ ਤੇ 50 ਰੁਪਏ ਲਾਓਗੇ ਤਾਂ ਤੁਸੀਂ ਲਗਾਤਾਰ ਜੇ 4-5 ਘੰਟੇ ਬੋਲ ਲਈ ਤੁਸੀਂ ਤਾਂ 5-10 ਹਜ਼ਾਰ ਰੁਪਏ ਜੁਰਮਾਨਾ ਲਾ ਦੋਗੇ।
ਫਿਰ ਉਸ ਹਿਸਾਬ ਸਿਰ ਲਾਓਗੇ ਤਾਂ ਸਾਨੂੰ ਲਿਸਟ ਦਿਓ ਕਿ ਕਿੰਨਾ ਜੁਰਮਾਨਾ ਲਾਇਆ, ਲਿਖਤੀ ਦੇ ਵਿੱਚ ਦਿਓ। ਲਿਖਤੀ 'ਚ ਸਾਨੂੰ ਪ੍ਰੂਫ ਦਿੰਦੇ ਨਹੀਂ ਹੈਗੇ ਕਿ ਅਸੀਂ ਪੰਜਾਬੀ ਬੋਲੇ ਜੁਰਮਾਨਾ ਲਾਇਆ, ਕਿਉਂਕਿ ਲਾਓਗੇ ਤਾਂ ਇੱਥੇ ਐਸਜੀਪੀਸੀ ਵੀ ਖੜੀ ਹੈ, ਮਾਂ ਬਾਪ ਵੀ ਖੜੇ ਹੋ ਜਾਣਗੇ, ਹੋਰ ਹੋ ਜਾਣਗੇ। ਤੁਸੀਂ ਜੁਰਮਾਨਾ ਲਾਣੇ ਤਾਂ ਸਾਨੂੰ ਲਿਖਤੀ ਹੀ ਦਿਓ ਕਿ ਤੁਸੀਂ ਇੱਕ ਦਿਨ ਦਾ ਇੰਨਾ ਲਾਇਆ ਤੇ ਅਸੀਂ ਉਸ ਦਿਨ ਸਾਰਾ ਦਿਨ ਬੋਲਾਂਗੇ ਪੰਜਾਬੀ। ਵੀ 50 ਰੁਪਏ ਭਰਤੇ ਤਾਂ ਅਸੀਂ ਸਾਰਾ ਦਿਨ ਪੰਜਾਬੀ ਬੋਲਣ ਦੇ ਹੱਕਦਾਰ ਹੈਗੇ ਆ। ਅਸੀਂ ਕਿਉਂ ਆਪਣੀ ਬੋਲੀ ਨੂੰ ਬੋਲਣ ਤੋਂ ਸੰਗੀਏ, ਜਿਹੜੀ ਸਾਡੀ ਗੁਰੂਆਂ ਦੀ ਦਿੱਤੀ ਹੋਈ ਬੋਲੀ ਹੈ। ਅਸੀਂ ਆਪਣੇ ਬੱਚੇ ਦੇਖਾ ਦੇਖੀ ਸਾਡੇ ਬੱਚੇ ਹਿੰਦੀ ਬੋਲਣ ਲੱਗ ਪਏ, ਵੀ ਘਰੇ ਆਉਂਦੇ ਆ ਕਿ ਹਮਾਰੀ ਤੁਮਾਰੀ ਇਹ ਉਹ ਲੱਲਾ ਬੱਬਾ ਕਰਨ ਲੱਗ ਪਏ। ਬੱਚਿਆਂ ਨੂੰ ਲੱਗਦਾ ਕਿ ਹਿੰਦੀ ਪਤਾ ਨਹੀਂ ਕਿੰਨੀ ਕੁ ਵੱਡੀ ਹੈ ਲੈਂਗੁਏਜ, ਜਦ ਕਿ ਤੁਸੀਂ ਇੰਡੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ, ਇੰਡੀਆ ਦੇ ਵਿੱਚ ਜ਼ਿਆਦਾਤਰ ਲੋਕ ਤੁਹਾਨੂੰ ਹਿੰਦੀ ਜਾਣਦੇ ਨਹੀਂ ਮਿਲਣਗੇ, ਉਹ ਇੰਗਲਿਸ਼ ਜਾਣਦੇ ਆ। ਤਾਮਿਲ, ਕੇਰਲ, ਕਿਸੇ ਵੀ ਪਾਸੇ ਚਲੇ ਜਾਓ, ਜਿਵੇਂ ਜਿਹੜੇ ਦੂਸਰੀ ਥਾਂ ਦੇ ਅਗਲੇ ਮਲਿਆਲਮ ਜਾਂ ਹੋਰ ਆਪਣੀ ਮਾਂ ਬੋਲੀ ਨੂੰ ਪਹਿਲਾਂ ਰੱਖਣਗੇ, ਦੂਜੀ ਬੋਲੀ ਉਹ ਇੰਗਲਿਸ਼ ਜਾਣਦੇ ਆ, ਉਹ ਹਿੰਦੀ ਨਹੀਂ ਜਾਣਦੇ ਹੈਗੇ। ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਮਾਂ ਬੋਲੀ ਦੇ ਵਿੱਚ ਬੋਰਡ ਲਗਾਏ ਹੁੰਦੇ ਆ, ਉਸ ਤੋਂ ਬਾਅਦ ਇੰਗਲਿਸ਼ ਲਿਖੀ ਹੁੰਦੀ ਆ, ਤੇ ਹਿੰਦੀ ਦਾ ਉਹ ਜਾਣਦੇ ਨਹੀਂ ਹੁੰਦੇ। ਜੇ ਪੂਰੇ ਭਾਰਤ 'ਚ ਘੁੰਮ ਕੇ ਦੇਖ ਲਓ ਨਾ, ਹਿੰਦੀ ਨੂੰ ਬਹੁਤ ਟਾਵਾਂ ਕੋਈ ਜਾਣਦਾ ਹੁੰਦਾ, ਪਰ ਸਾਡੇ ਪੰਜਾਬ ਦੇ ਵਿੱਚ ਉਹ ਜ਼ਬਰਦਸਤੀ ਲਾਗੂ ਕੀਤੀ ਜਾਂਦੀ ਹੈਗੀ ਹੈ ਕਿ ਇਹ ਲੋਕ ਪੰਜਾਬੀ ਨੂੰ ਭੁੱਲ ਕੇ ਹਿੰਦੀ ਨੂੰ ਆਪਣੀ ਮਾਂ ਬੋਲੀ ਸਮਝਣ ਲੱਗ ਜਾਣ। ਤੇ ਜ਼ਿਆਦਾਤਰ ਦੇਖ ਕੇ ਅਫਸੋਸ ਹੁੰਦਾ ਸਾਡੇ ਜਿਹੜੇ ਪੜ੍ਹੇ ਲਿਖੇ ਵਰਗ ਹੈਗੇ ਆ, ਵੀ ਜਿਹੜੇ ਚੰਗੇ ਘਰਾਂ ਦੇ ਮੁੰਡੇ ਆ, ਜਿਨ੍ਹਾਂ ਦੇ ਮਾਂ ਬਾਪ ਡਾਕਟਰ ਹੈਗੇ ਆ, ਹੋਰ ਹੈਗੇ ਆ, ਤੇ ਉਹਨਾਂ ਦੇ ਘਰਾਂ 'ਚ ਜਾਈਏ ਉਹਨਾਂ ਦੇ ਬੱਚੇ ਹਿੰਦੀ ਬੋਲਦੇ ਹੁੰਦੇ ਆ ਜੀ। ਸਗੋਂ ਲਾਹਨਤ ਆਉਂਦੀ ਹੈ। ਮੈਂ ਕਹਿੰਦਾ ਕਿ ਐਸੇ ਬੱਚਿਆਂ ਨੂੰ, ਮੈਂ ਕਿਹਾ ਬੱਚੇ ਨੂੰ ਉਦੋਂ ਪੜ੍ਹਨ ਲਾਓ। ਐਸਸੀਬੀਸੀ ਦੇ ਜਿਹੜੇ ਮੈਂਬਰ ਆ, ਉਹਨਾਂ ਦੇ ਅਕਸਰ ਬੱਚੇ ਦੇਖੀਦੇ ਹੈਗੇ, ਬਾਪ ਜਿਹੜੇ ਉਹ ਜਥੇਦਾਰ ਨੇ, ਹਾਂਜੀ, ਤੇ ਬੱਚੇ ਉਹਨਾਂ ਦੇ ਐਕਟਰ ਨੇ, ਮੋਨੇ ਘੋਨੇ ਆ, ਐਕਟਰ ਹੈਗੇ ਆ ਜਾਂ ਹੋਰ ਹੈ ਜੀ। ਤੇ ਇਸ ਚੀਜ਼ ਨੂੰ ਇਹ ਖੁਦ ਸਾਨੂੰ ਸੰਭਾਲਣ ਦੀ ਵੀ ਕਹਿੰਦੇ ਆਪਣੀ ਪੀੜ੍ਹੀ ਥੱਲੇ ਆਪ ਸੋਟਾ ਮਾਰਨ ਦੀ ਲੋੜ ਹੈ। ਜੇ ਅਸੀਂ ਮਤਲਬ ਮੰਨ ਲਓ ਕਿ ਉਹ ਕਹਿੰਦੇ ਆ ਕਿ ਸਾਡੀ ਪੰਜਾਬ ਦੇ ਵਿੱਚ ਜੇ 3 ਪੀੜ੍ਹੀਆਂ ਕਿਸੇ ਦੀ ਰਹਿੰਦੀਆਂ ਆ ਰਹੀਆਂ, ਤਾਂ ਅਸੀਂ ਇੱਥੇ ਕਿਸੇ ਨੂੰ ਜ਼ਮੀਨ ਖਰੀਦਣ ਦਾ ਜਾਂ ਜ਼ਮੀਨ ਲੈਣ ਦਾ ਹੱਕਦਾਰ ਦਈਏ। ਜੇ ਅਸੀਂ ਮਤਲਬ ਮੰਨ ਲਓ ਕਿ ਅਸੀਂ ਐਸਜੀਪੀਸੀ ਦੇ ਜਥੇਦਾਰ ਹੈਗੇ ਤਾਂ ਘੱਟੋ ਘੱਟ ਥੋੜੀ 3 ਪੀੜ੍ਹੀਆਂ ਤਾਂ ਉੱਦਾਂ ਦੀਆਂ ਹੋਣੀ ਚਾਹੀਦੀਆਂ, ਸਾਬਤ ਸੂਰਤ ਹੋਣ। ਤੁਸੀਂ ਆਪ ਜਥੇਦਾਰ ਬਣੇ ਫਿਰਦੇ ਹੋ, ਤੁਹਾਡੇ ਬੱਚੇ ਮੋਨੇ ਕੋਨੇ ਹੋਏ ਫਿਰਦੇ ਹੈਗੇ ਆ, ਹੋਰ ਹੈ। ਘੱਟੋ ਘੱਟ ਥੋੜੀ 3 ਪੀੜ੍ਹੀਆਂ ਤਾਂ ਉੱਦਾਂ ਦੀਆਂ ਹੋਣ ਜਿਹਨੂੰ ਦੇਖ ਕੇ ਅਸੀਂ ਕਹੀਏ ਕਿ ਤੁਸੀਂ ਸਿੱਖੋ ਜਾਂ ਜਥੇਦਾਰ ਬਣਨ ਦੇ ਲਾਇਕ ਹੈਗੇ ਹੋ। ਜੇ ਤੁਸੀਂ ਖੁਦ ਹੀ ਉੱਦਾਂ ਦੇ ਨਹੀਂ ਹੈਗੇ ਤਾਂ ਐਸੇ ਬੰਦੇ ਨੂੰ ਜਥੇਦਾਰੀ ਤੋਂ ਅੱਡ ਕਰ ਦੇਣਾ ਚਾਹੀਦਾ। ਸਗੋਂ ਬਹੁਤ ਹੀ ਇੱਕ ਸਗੋਂ ਬਹੁਤ ਛੋਟੀ ਮੇਰੇ ਇੱਕ ਨਾ ਬਹੁਤ ਡੀਪਲੀ ਹੈਗੀ ਹੈ ਕਿ ਸਾਡੇ ਇੱਥੇ ਇੱਕ ਬਾਹਰਲੇ ਮੁਲਕਾਂ ਦੇ ਵਿੱਚ ਇੰਟਰਨਲ ਅਫੇਅਰ ਹੁੰਦਾ ਹੈ ਜੀ, ਜਿਹੜਾ ਕਿ ਪੁਲਿਸ ਦੇ ਵਿੱਚ, ਫੌਜ ਦੇ ਵਿੱਚ, ਹੋਰਾਂ ਦੇ ਵਿੱਚ ਮਹਿਕਮਾ ਹੁੰਦਾ ਹੈ, ਜਿਹੜਾ ਇੰਟਰਨਲ ਅਫੇਅਰ ਕਿਹਾ ਜਾਂਦਾ ਹੈ ਕਿ ਜੇ ਕੋਈ ਰਿਸ਼ਵਤ ਲੈਂਦਾ ਜਾਂ ਹੋਰ ਕਰਦਾ, ਕਿਸੇ ਦਬਾਅ ਹੇਠਾਂ ਕੰਮ ਕਰਦਾ ਜਾਂ ਸਾਨੂੰ ਦਿਖਾਉਣ ਦੇ ਲਈ ਸਰਦਾਰਾਂ ਦੇ ਲਈ ਕੰਮ ਕਰਦਾ ਪਿਆ, ਪਰ ਅੰਦਰ ਖਾਤੇ ਦੀ ਉਹ ਆਰਐਸਐਸ ਲਈ ਕੰਮ ਕਰਦਾ ਪਿਆ, ਉਹਨੂੰ ਮਤਲਬ ਵੀ ਫੜਨ ਦਾ ਕੰਮ ਇੰਟਰਨਲ ਅਫੇਅਰ ਦਾ ਹੁੰਦਾ ਹੈ। ਤਾਂ ਸਾਡੇ ਐਸਜੀਪੀਸੀ ਦੇ ਅੰਦਰ ਇੱਕ ਇੰਟਰਨਲ ਅਫੇਅਰ ਮਹਿਕਮਾ ਕਿਉਂ ਨਹੀਂ ਖੋਲ੍ਹਿਆ ਜਾਂਦਾ ਕਿ ਜਿਹੜਾ ਦੱਸੇ ਕਿ ਇਹ ਉੱਪਰੋਂ ਸਾਡੇ ਨਾਲ ਹੈ, ਅੰਦਰੋਂ ਦੀ ਆਰਐਸਐਸ ਨਾਲ ਮਿਲੇ ਹੋਏ ਆ, ਜਾਂ ਇਹ ਉੱਪਰੋਂ ਸਾਡੇ ਨਾਲ ਹੈ ਤੇ ਇੰਨਾ ਪੈਸਾ ਖਾ ਰਹੇ ਆ ਗੱਲੇ ਦਾ। ਉਹ ਅਸੀਂ ਚਾਹੁੰਦੇ ਹਾਂ ਕਿ ਉਹ ਸੰਗਤ ਦੇ ਹੱਥ 'ਚ ਹੋਏ ਤੇ ਉਹ ਉਸਾ ਇੰਟਰਨਲ ਅਫੇਅਰ ਇੱਕ ਮਹਿਕਮਾ ਖੁੱਲ੍ਹਣਾ ਚਾਹੀਦਾ, ਤਾਂ ਕਿ ਇਹ ਜਿਹੜਾ ਪਰਦੇ ਪਿੱਛੇ ਕੰਮ ਕਰਦੇ ਆ, ਗੁੱਲ ਖਾਂਦੇ ਆ, ਜਾਂ ਫਿਰ ਦੂਜੇ ਇੱਥੇ ਆਰਐਸਐਸ ਵਰਗੇ ਚਮਚਿਆਂ ਨਾਲ ਮਿਲ ਕੇ ਦੂਸਰਿਆਂ ਨਾਲ ਮਤਲਬ ਵੀ ਐਸਜੀਪੀਸੀ ਨੂੰ ਵੇਚੀ ਜਾ ਰਹੇ ਆ, ਵੀ ਇਹਨਾਂ ਦੇ ਭੇਦ ਖੋਲ੍ਹਣ ਵਾਲੇ ਉਹ ਉਸੇ ਇੰਟਰਨਲ ਅਫੇਅਰ ਵਾਲੇ ਬੰਦਿਆਂ ਦੀ ਇੱਕ ਟੀਮ ਬਣਾਈ ਹੋਏ, ਜਿਹੜੇ ਰਿਟਾਇਰ ਜੱਜ ਹੋਣ, ਰਿਟਾਇਰ ਬ੍ਰਿਗੇਡੀਅਰ ਹੋਣ, ਜਾਂ ਜਿਹੜੇ ਸਿੱਖ ਚਿੰਤਕ ਹੋਣ, ਵੀ ਉਸਾ ਮਹਿਕਮਾ ਉਹਨਾਂ ਨੂੰ ਦਿੱਤਾ ਜਾਏ, ਜਿਹੜੇ ਇਹਨਾਂ ਦੀ ਪੂਰੀਆਂ ਪੜਤਾਂ, ਇਹਨਾਂ ਦੇ ਪੋਥੜੇ ਤੱਕ ਫਰੋਲਣ ਇਹਨਾਂ ਦੇ। ਫਿਰ ਦੇਖਦੇ ਆ ਕਿਹੜਾ ਚੋਰੀ ਕਰਦਾ ਤੇ ਕਿਹੜਾ ਕਿਹਦੇ ਨਾਲ ਮਿਲਿਆ ਹੋਇਆ, 2 ਦਿਨਾਂ ਸੱਚ ਸਾਹਮਣੇ ਆ ਜਾਊਗਾ ਜੀ। ਪਰ ਐਸੀ ਚੀਜ਼ਾਂ ਨੂੰ ਇਹ ਲਾਗੂ ਨਹੀਂ ਕਰਨਗੇ। ਹੁਣ ਜਿਵੇਂ ਜੀ ਮੰਨ ਲਓ ਕਿ ਸਾਡੀਆਂ ਸਿੱਖ ਇਤਿਹਾਸਿਕ ਧਰੋਹਰਾਂ ਹੈਗੀਆਂ, ਸਾਡੇ ਮੰਨ ਲਓ ਠੰਡਾ ਬੁਰਜ ਢਾਹ ਦਿੱਤਾ ਗਿਆ, ਸਾਡੀ ਇੱਥੇ ਜਿਹੜੀ ਸਾਹਿਬਜ਼ਾਦੇ ਜਿੱਥੇ ਚਿਣੇ ਗਏ ਸੀ ਉਹ ਦੁਬਾਰਾ ਢਾਹ ਦਿੱਤੀਆਂ ਗਈਆਂ, ਕੱਚੀ ਗੜੀ ਦਾ ਕਿਲ੍ਹਾ ਢਾਹ ਦਿੱਤਾ ਗਿਆ। ਸਾਡੇ ਜਿਹੜੇ ਇਤਿਹਾਸ ਨੂੰ ਇਹ ਲੋਕ ਹਿੰਦੂਆਂ ਨਾਲ ਮਿਲ ਕੇ ਮਿਥਿਹਾਸ ਬਣਾ ਰਹੇ ਆ, ਤਰੋੜ ਮਰੋੜ ਕਰ ਰਹੇ ਨੇ, ਸਾਡੇ ਮਤਲਬ ਨਾ ਇਤਿਹਾਸ ਨੂੰ ਇਤਿਹਾਸ ਤੋਂ ਦੂਰ ਕਰ ਰਹੇ ਨੇ, ਇਤਿਹਾਸ ਤੋਂ ਦੂਰ ਕਰ ਰਹੇ ਆ। ਜਿਹੜੇ ਹਿੰਦੂਆਂ ਦੀ ਕਹਾਣੀਆਂ ਜ਼ਿਆਦਾਤਰ ਮਿਥਿਹਾਸ, ਪੂਰੀ ਵਰਲਡ ਉਹਨਾਂ ਨੂੰ ਮਿਥਿਹਾਸ ਕਹਿੰਦਾ ਕਿ ਇਹ ਸਿਰਫ ਮਿਥਿਹਾਸ ਹੈ, ਇਹਦੀ ਕੋਈ ਡਾਕੂਮੈਂਟੇਸ਼ਨ ਨਹੀਂ ਹੈ ਜਾਂ ਜਿਹਦੇ ਰਾਹੀਂ ਇਹਨੂੰ ਕਿ ਤੁਸੀਂ ਓਰੀਜਨਲ ਪ੍ਰੂਫ ਕਰ ਸਕੋ ਜਾਂ ਹੋਰ ਕਰ ਸਕੋ। ਇਹ ਮਿਥਿਹਾਸ ਹੈ, ਵੀ ਇੱਕ ਕਾਲਪਨਿਕ ਕਹਾਣੀਆਂ ਟਾਈਪ ਹੈ, ਮਤਲਬ ਵੀ ਵਰਲਡ ਲੈਵਲ ਦੇ ਉੱਤੇ ਹੈਗਾ। ਚਲੋ ਇਹ ਕਹਿੰਦੇ ਕਿ ਇਹ ਚੀਜ਼ਾਂ ਸਾਬਤ ਕਰ ਰਿਹਾ, ਡਿਸਕਵਰੀ ਦਿਖਾ ਰਿਹਾ, ਹੋਰ ਕਰ ਰਿਹਾ, ਚਲੋ ਯਾਰ ਅਲੱਗ ਗੱਲਾਂ ਹੈ, ਪਰ ਸਾਡਾ ਤਾਂ ਇਤਿਹਾਸ 300 ਸਾਲ 400 ਸਾਲ ਪੁਰਾਣਾ ਹੈ। ਨੌਜਵਾਨ ਪੀੜ੍ਹੀ ਸਾਡੀ ਇਤਿਹਾਸ ਤੋਂ ਦੂਰ ਹੁੰਦੀ ਹੈ, ਇਤਿਹਾਸ ਤੋਂ ਦੂਰ ਹੁੰਦੀ ਜਾ ਰਹੀ ਹੈ। ਪਰ ਇਹ ਦੇਖੋ ਐਸਜੀਪੀਸੀ ਦਾ ਫਰਜ਼ ਨਹੀਂ ਬਣਦਾ। ਸਾਡਾ ਮਹਾਰਾਜਾ ਰਣਜੀਤ ਸਿੰਘ ਦੇ 4 ਵੱਡੇ ਕਿਲੇ ਹੈਗੇ ਆ, ਜਿਨ੍ਹਾਂ 'ਚ 3 ਵੱਡੇ ਕਿਲੇ ਪਾਕਿਸਤਾਨ 'ਚ ਆ ਜਾਂਦੇ ਆ, ਪਰ ਸਾਡਾ ਇੱਕ ਵੱਡਾ ਕਿਲਾ ਫਲੌਰ ਦਾ ਹੈਗਾ, ਜਿਹੜਾ ਫਲੌਰ ਦਾ ਮਹਾਰਾਜਾ ਰਣਜੀਤ ਸਿੰਘ ਦੇ 4 ਵੱਡੇ ਕਿਲਿਆਂ ਦੇ ਵਿੱਚੋਂ ਇੱਕ ਫਲੌਰ ਦਾ ਕਿਲਾ ਹੈਗਾ, ਜਿਹਨੂੰ ਕਿ 100 ਸਾਲ ਤੋਂ ਵੀ ਉੱਪਰ ਹੋ ਚੁੱਕਿਆ ਹੈਗਾ। ਉਹਨੂੰ ਨੈਸ਼ਨਲ ਮੋਨੂਮੈਂਟ ਦੇ ਤੌਰ ਤੇ ਦਿਖਾਇਆ ਜਾਣਾ ਚਾਹੀਦਾ, ਸਾਡੇ ਲਈ ਅਜਾਇਬ ਘਰ ਬਣਾਇਆ ਜਾਣਾ ਚਾਹੀਦਾ ਕਿ ਅਸੀਂ ਉੱਥੇ ਜਾਈਏ ਤੇ ਅਸੀਂ ਐਜ਼ ਅ ਮਿਊਜ਼ੀਅਮ, ਤਾਜ ਮਹਿਲ ਵਾਂਗੂ, ਕੁਤਬ ਮੀਨਾਰ ਵਾਂਗੂ ਅਸੀਂ ਟਿਕਟ ਭਰ ਕੇ ਉੱਥੇ ਪੂਰਾ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਦੇਖ ਕੇ ਆਈਏ। ਪਰ ਉੱਥੇ ਉਹ BSF ਦੀ ਟ੍ਰੇਨਿੰਗ ਦੇ ਲਈ ਖੋਲ੍ਹ ਰੱਖਿਆ, CRPF ਦੀ, BSF ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉੱਥੇ। ਕੀ ਉੱਥੇ ਜਿਹੜੀ ਇਹ ਸਿੱਖਾਂ ਦਾ ਕਿਲਾ, ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਕਬਜ਼ੇ 'ਚ ਕੀਤਾ ਹੋਇਆ, ਕੀ ਇਹ BSF ਵਾਲੇ ਉਹਦੇ ਪੈਸੇ ਦੇ ਰਹੇ ਆ, ਵੀ ਭਰ ਰਹੇ ਆ? ਨਹੀਂ ਭਰ ਰਹੇ ਹੈਗੇ ਤਾਂ ਉਹਨਾਂ ਤੋਂ ਇੰਨੇ ਸਾਲਾਂ ਦਾ ਕਿਰਾਇਆ ਲਿਆ ਜਾਣਾ ਚਾਹੀਦਾ
ਜਿਹੜੀ ਉਹਨਾਂ ਨੇ ਤੋੜ ਭੰਨ ਕੀਤੀ ਹੈ, ਨੁਕਸਾਨ ਕੀਤਾ ਫਲੌਰ ਦੇ ਕਿਲੇ ਦਾ, ਉਹ ਲਿਆ ਜਾਣਾ ਚਾਹੀਦਾ। ਫਲੌਰ ਦਾ ਕਿਲਾ ਉਹਨਾਂ ਤੋਂ ਖਾਲੀ ਕਰਾ ਕੇ ਉਸ ਨੂੰ ਨੈਸ਼ਨਲ ਧਰੋਹਰ, ਸਾਡੀ ਪੰਜਾਬੀਆਂ ਦੇ ਧਰੋਹਰ ਦੇ ਤੌਰ ਤੇ ਬਣਾ ਕੇ ਉਸ ਨੂੰ ਰੱਖਿਆ ਜਾਣਾ ਚਾਹੀਦਾ ਕਿ ਸਿੱਖ ਇਤਿਹਾਸ ਕਦੀ ਵੀ ਜੇ ਅਸੀਂ ਜਾ ਕੇ ਦੇਖ ਲਈਏ ਤਾਂ ਉਹ ਉੱਥੇ ਮੌਜੂਦ ਹੋਏ। ਇਹ ਨਹੀਂ ਹੈ ਕਿ ਤੋੜ ਭੰਨ ਕਰਕੇ ਉੱਥੇ ਛੱਡਦੇ ਨੇ ਇਹ। ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਇਹ ਸਨ ਮਨਦੀਪ ਸਿੰਘ ਖਾਲਸਾ, ਸਿੱਖ ਚਿੰਤਕ ਤੇ ਬੁੱਧੀਜੀਵੀ, ਜਿਨ੍ਹਾਂ ਨੇ ਕਈ ਜਿਹੜੀਆਂ ਸਿੱਖਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦੇ ਖੁਲਾਸੇ ਕੀਤੇ ਨੇ। ਔਰ SGPC ਜੋ ਸਾਡੀ ਸਿੱਖ ਪੰਥ ਦੀ ਧਰੋਹਰ ਕਿਹਾ ਜਾ ਸਕਦਾ, ਸਾਡੀ ਅਗਵਾਈ ਕਰ ਰਹੇ ਨੇ, ਉਹਨਾਂ ਬਾਰੇ ਵੀ ਕਿਹਾ ਵਿਚਾਰ ਦੱਸੇ ਨੇ ਕਿ ਸਾਡੀ SGPC ਦਾ ਵੀ ਬੜਾ ਫਰਜ਼ ਬਣਦਾ ਕਿ ਸਿੱਖਾਂ ਦੇ ਬੱਚਿਆਂ ਨੂੰ ਉਹਨਾਂ ਦੀ ਐਜੂਕੇਸ਼ਨ ਲਈ ਕੁਛ ਅੱਗੇ ਆਉਣਾ ਚਾਹੀਦਾ ਵਾ। ਜੋ ਵਿਚਾਰ ਦੱਸੇ ਨੇ ਤੁਹਾਨੂੰ ਕਿਸ ਤਰ੍ਹਾਂ ਲੱਗੇ, ਸਾਨੂੰ ਕਮੈਂਟ ਬਾਕਸ ਵਿੱਚ ਲਾਈਕ ਔਰ ਕਮੈਂਟ ਕਰਨਾ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।